आप लिहो तुम कथा। सुधारी। सतनाम श्री वाहिगुरु साहिब जी। दोहरा श्री सतगुर हर राय जी। इस बिद समा बिताए सिੱਖਣ को सुख देत है ਦੁਸ਼ਟਨ ਦੁਖ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਸਫਲੀਆਂ ਕਰ ਰਹੇ ਹੋ। ਹਰ ਰੋਜ਼ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸਰਵਣ ਕਰਦੇ ਹੋ। ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਕਰਤਾ ਪੁਰਖ ਜੀ ਕਰਤਾਰਪੁਰ ਸਾਹਿਬ ਤੋਂ ਵਾਪਸ ਸ੍ਰੀ ਕੀਰਤਪੁਰ ਸਾਹਿਬ ਆਏ ਹਨ। ਕਰਤਾ ਪੁਰਖ ਜੀ ਨੂੰ ਲੈਣ ਵਾਸਤੇ ਸੰਗਤਾਂ ਕੀਰਤਪੁਰ ਦੀਆਂ ਅੱਗੇ ਗਈਆਂ ਹਨ। ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੋਦੀ ਵਿੱਚ ਉਠਾ ਕੇ ਸਿੱਖ ਲੈ ਗਏ ਹਨ। ਜਾ ਕੇ ਪਿਤਾ ਜੀ ਨੂੰ ਮੱਥਾ ਟੇਕਿਆ ਹੈ। ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਸਤਿਗੁਰੂ ਜੀ ਨੇ ਆਪਣੀ ਗੋਦੀ ਵਿੱਚ ਲੈ ਲਿਆ ਹੈ। ਔਰ ਦੋਵੇਂ ਸਤਿਗੁਰੂ 7ਵੇਂ ਪਾਤਸ਼ਾਹ ਜੀ ਮਹਾਰਾਜ ਅਤੇ 8ਵੇਂ ਪਾਤਸ਼ਾਹ ਜੀ ਮਹਾਰਾਜ ਕੀਰਤਪੁਰ ਸਾਹਿਬ 'ਚ ਆਏ। ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ। ਉਹ ਕਥਾ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ। ਆਓ ਕੀਰਤਪੁਰ ਸਾਹਿਬ ਵਿੱਚ ਸਤਿਗੁਰੂ ਜੀ ਨੇ ਕੀ ਕੌਤਕ ਕੀਤੇ ਹਨ ਉਹ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਗੁਰ ਹਰ ਰਾਏ ਜੀ। ਗੁਰੂ ਹਰਿ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਬਿਦ ਸਮਾਂ ਬਿਤਾਏ ਇਸ ਪ੍ਰਕਾਰ ਦੇ ਨਾਲ ਸ੍ਰੀ ਕੀਰਤਪੁਰ ਸਾਹਿਬ ਵਿੱਚ ਸਮਾਂ ਬਤੀਤ ਕਰ ਰਹੇ ਹਨ। ਸਿੱਖਣ ਕੋ ਸੁਖ ਦੇਤ ਹੈ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਸੁਖ ਦਿੰਦੇ ਹਨ। ਦੁਸ਼ਟਨ ਦੁਖ ਸਮੁਦਾਏ ਤੇ ਦੁਸ਼ਟਾਂ ਦਾ ਨਾਸ ਕਰਦੇ ਹਨ। ਚੌਪਈ ਏਕ ਦਿਓਸ ਮੈਂ ਹੈ ਕਿਰਪਾ ਨਿਧਾਨਾ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿ ਸਾਹਿਬ ਜੀ ਬੈਠੇ ਰੁਚਰ ਪ੍ਰਿਅੰਕ ਮਹਾਨਾ। ਬੜਾ ਸੋਹਣਾ ਪਲੰਗ ਸੁੰਦਰ ਪਲੰਗ ਤੇ ਬੈਠੇ ਸਨ। ਸਮਾਂ ਆਰਾਮ ਕਰਨ ਕੋ ਜਾਣੇ। ਜਦੋਂ ਦੁਪਹਿਰ ਦਾ ਸਮਾਂ ਹੋ ਗਿਆ ਆਰਾਮ ਕਰਨ ਦਾ, ਜਿਵੇਂ ਮੰਨ ਲਓ ਪ੍ਰਸ਼ਾਦਾ ਛਕ ਕੇ ਮਹਾਰਾਜ 2 ਘੜੀਆਂ ਆਰਾਮ ਕਰਿਆ ਕਰਦੇ ਸੀ ਦੁਪਹਿਰ ਵੇਲੇ। ਜਦੋਂ ਦੁਪਹਿਰ ਦਾ ਸਮਾਂ ਹੋਇਆ ਪੌੜ ਗਏ ਸੁਪਤੇ ਸੁਖ ਸਾਨੇ। ਸਤਿਗੁਰੂ ਜੀ ਆਪਣੇ ਪਲੰਗ ਦੇ ਉੱਤੇ ਲੰਮੇ ਪੈ ਗਏ ਸੁੱਖ ਦੇ ਨਾਲ। ਸੂਖਮ ਬਸਤਰ ਊਪਰੇ ਤਾਨਾ। ਔਰ ਬੜੇ ਸੁੰਦਰ ਚਾਦਰਾ ਗੁਰੂ ਸਾਹਿਬ ਜੀ ਨੇ ਆਪਣੇ ਉੱਪਰ ਤਾਣ ਲਿਆ। ਚਾਦਰਾ ਮੂੰਹ ਤੇ ਲੈ ਕੇ ਸਰੀਰ ਤੇ ਲੈ ਕੇ ਆਪਣੇ ਚਰਨਾਂ ਤੋਂ ਲੈ ਕੇ ਸੀਸ ਤੱਕ ਸਾਰਾ ਸਰੀਰ ਢੱਕ ਲਿਆ ਗਰੀਬ ਨਵਾਜ ਜੀ ਨੇ। ਤੇ ਫਿਰ ਸਤਿਗੁਰੂ ਜੀ ਲੇਟ ਗਏ ਬਿਰਾਜ ਗਏ। ਕੁਛ ਸਿੱਖ ਹੋਤੇ ਅਲਪ ਤਿਸ ਥਾਨਾ। ਉੱਥੇ 2-4 ਸੇਵਾਦਾਰ ਗੁਰੂ ਸਾਹਿਬ ਦੇ ਕੋਲ ਸਨ ਜਿਹੜੇ ਮਹਾਰਾਜ ਦੇ ਗੜਵਈ ਸਨ। ਗੁਰੂ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣ ਵਾਲੇ ਜਾਂ ਮਹਾਰਾਜ ਦੀ ਸੇਵਾ ਕਰਨ ਵਾਲੇ। ਕਿਤਕ ਸਮੋ ਜਬ ਏਵ ਬਿਤਾਏ। ਜਦੋਂ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਲੰਮਿਆਂ ਪਿਆਂ ਨੂੰ ਆਰਾਮ ਕਰਦਿਆਂ ਨੂੰ ਕੁਝ ਸਮਾਂ ਗੁਜ਼ਰ ਗਿਆ। ਕਿਸੂ ਦੇਸ਼ ਤੇ 2 ਸਿੱਖ ਆਏ। ਤਾਂ ਕਿਸੇ ਦੇਸ਼ ਤੋਂ 2 ਸਿੱਖ ਆਏ ਹਨ। ਔਰ ਸ਼ਰਧਾ ਧਰ ਸ਼ਬਦ ਸੋ ਗਾਵਤ। ਉਹ ਜਿਹੜੇ ਸਿੱਖ ਸੀਗੇ ਨਾ ਉਹ ਬੜੇ ਸ਼ਰਧਾਲੂ ਤੇ ਗੁਰਬਾਣੀ ਦੇ ਰਸੀਏ ਸਨ। ਉਹ ਕੀਰਤਨ ਕਰਦੇ ਕਰਦੇ ਹੀ ਆਏ। ਪੁਰਾਣੇ ਸਿੰਘ ਜਦੋਂ ਤੁਰਦੇ ਸੀ ਨਾ ਰਸਤੇ 'ਚ ਬਾਣੀ ਪੜ੍ਹਦੇ ਸੀ। ਇੱਕ ਸਿੱਖ ਇੱਕ ਪੰਕਤੀ ਪੜ੍ਹਦਾ ਸੀ, ਨਾਲ ਦੂਜਾ ਅਗਲੀ ਪੰਕਤੀ ਗਾਉਂਦਾ ਸੀ। ਗਾ ਗਾ ਕੇ ਨਾ ਜੋਟੀਆਂ ਦੇ ਸ਼ਬਦ ਕਹਿੰਦੇ ਸੀ ਉਹਨਾਂ ਨੂੰ। ਉਹ ਤੁਰਦੇ ਤੁਰਦੇ ਮਹਾਰਾਜ ਦੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ। ਇਸ ਤਰ੍ਹਾਂ ਦੇ ਪ੍ਰੇਮਾ ਭਗਤੀ ਦੇ ਸ਼ਬਦ ਪੜ੍ਹਦੇ ਪੜ੍ਹਦੇ ਉਹ 2ਵੇਂ ਸਿੱਖ ਆਏ। ਬਹੁਤ ਪ੍ਰੇਮ ਸੁਨ ਬੇ ਉਪਜਾਵਤ। ਉਹ ਜਦੋਂ ਸ਼ਬਦ ਪੜ੍ਹਦੇ ਸੀ ਬੜੇ ਪ੍ਰੇਮ ਨਾਲ ਅੰਦਰੋਂ ਗਾਉਂਦੇ ਸੀ ਨਾ। ਜਦੋਂ ਬੰਦਾ ਕੋਈ ਰੂਹ ਨਾਲ ਗਾਉਂਦਾ ਹੈ ਨਾ ਤੇ ਉਹਦੀ
ਆਵਾਜ਼ ਸੁਣ ਕੇ ਦੂਜਿਆਂ ਦੇ ਮਨ 'ਚ ਵੀ ਪ੍ਰੇਮ ਜਾਗ ਪੈਂਦਾ ਹੈ। ਸੁੰਦਰ ਸੁਰ ਤੇ ਰਾਗ ਬਸਾਵੈ। ਔਰ ਬੜੀ ਸੋਹਣੀ ਸੁਰ ਦੇ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਉਹ ਕਰ ਰਹੇ ਸਨ, ਰਾਗ ਵਿੱਚ ਕਰ ਰਹੇ ਸਨ, ਸੁਰ ਵਿੱਚ ਕਰ ਰਹੇ ਸਨ। ਗਨ ਸੰਗਤ ਕੋ ਗਾਏ ਰਜਾਵੈ। ਔਰ ਬਹੁਤ ਸਾਰੀਆਂ ਸੰਗਤਾਂ ਨੂੰ ਸ਼ਬਦ ਕੀਰਤਨ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਉਹ ਗਾ ਕੇ ਸੁਣਾਉਂਦੇ ਸਨ। ਦਰਸ਼ਨ ਹਿਤ ਆਏ ਦਰਬਾਰ। ਉਹ ਦੋਵੇਂ ਬਾਣੀ ਦੇ ਰਸੀਏ ਸਿੱਖ ਮਹਾਰਾਜ ਦੇ ਚਰਨਾਂ ਵਿੱਚ ਸੰਗਤ ਸਮੇਤ ਹਾਜ਼ਰ ਹੋਏ, ਮੱਥਾ ਟੇਕਣ ਵਾਸਤੇ ਆਏ ਹਨ। ਸੁਪਤੇ ਜਾਣੇ ਗੁਰੂ ਉਦਾਰ। ਉਹਨਾਂ ਨੂੰ ਅੱਗੇ ਵੇਖਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਪਲੰਗ ਤੇ ਬਿਰਾਜੇ ਹੋਏ ਹਨ, ਸੁੱਖ ਲੈ ਰਹੇ ਹਨ। ਦੁਨਿਆਵੀ ਬੋਲੀ 'ਚ ਕਹਿੰਦੇ ਸੁੱਤੇ ਹਨ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਕਹਿੰਦਾ ਵੀ ਸੁੱਖ ਲੈ ਰਹੇ ਸਤਿਗੁਰੂ ਜੀ। ਮਹਾਰਾਜ ਪਲੰਘੇ ਤੇ ਬਿਰਾਜਮਾਨ ਹਨ। ਔਰ ਮੈਂ ਕਰੇ ਵਿਚਾਰ ਵਿਸਾਲਾ। ਉਹਨਾਂ ਗੁਰੂ ਕੇ ਸਿੱਖਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ। ਗਾਵਹਿ ਸ਼ਬਦ ਕੇ ਨਹਿ ਇਸ ਕਾਲਾ। ਵੀ ਹੁਣ ਅਸੀਂ ਬਾਣੀ ਪੜ੍ਹੀਏ ਕਿ ਨਾ ਪੜ੍ਹੀਏ, ਗੁਰੂ ਸਾਹਿਬ ਦੀ ਜਾਗ ਖੁੱਲ੍ਹ ਜਾਏਗੀ, ਗੁਰੂ ਸਾਹਿਬ ਨੂੰ ਆਰਾਮ ਦੇ ਵਿੱਚ ਵਿਘਨ ਪਵੇਗਾ। ਸੁਧ ਧੁਨ ਜਾਗ ਹੈ ਕੋਪ ਹੈ ਨਾਹੀ। ਹਾਂ, ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਗ ਪੈਣਗੇ ਸਾਡੀ ਆਵਾਜ਼ ਸੁਣ ਕੇ, ਤੇ ਫਿਰ ਮਹਾਰਾਜ ਕਿਤੇ ਨਾਰਾਜ਼ ਨਾ ਹੋਣ। ਹਮਰੀ ਨਿੰਦਰਾ ਇਨ ਉਚਟਾਹੀ। ਸਤਿਗੁਰੂ ਇਹ ਸੋਚਣਗੇ ਬਈ ਸਿੱਖਾਂ ਨੇ ਕੀਰਤਨ ਕਰਕੇ ਸਾਡੀ ਨੀਂਦ ਖਰਾਬ ਕਰਤੀ ਹੈ, ਸਾਨੂੰ ਆਰਾਮ ਨਹੀਂ ਕਰਨ ਦਿੱਤਾ। ਕਹਿ ਹੈ ਪਰਸਪਰ ਸਤਿਗੁਰ ਸਦਾ। ਤੇ ਆਪਸ ਵਿੱਚ ਇਸ ਤਰ੍ਹਾਂ ਕਹਿਣ ਲੱਗੇ ਵੀ ਸਤਿਗੁਰੂ ਜੀ ਤਾਂ ਤੁਰੀ ਅਵਸਥਾ ਮਹਿ ਜਦ ਕਦਾ। ਗੁਰੂ ਸਾਹਿਬ ਤਾਂ ਸੌਂਦੇ ਹੀ ਨਹੀਂ, ਉਹ ਤੁਰੀ ਅਵਸਥਾ 'ਚ ਰਹਿੰਦੇ। ਤਿੰਨ ਅਵਸਥਾ ਜੀਵ ਦੀਆਂ ਹਨ, ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋਇ। ਸੰਸਾਰੀ ਲੋਕਾਂ ਨੂੰ, ਜੀਵ ਨੂੰ ਤਿੰਨ ਤਰ੍ਹਾਂ ਦੀ ਅਵਸਥਾ 'ਚ ਲੰਘਣਾ ਪੈਂਦਾ। ਰੋਜ਼ ਲੰਘਦੇ ਆਪਾਂ ਜਿੰਨੇ ਆ ਨਾ, ਆਪਣੀ ਤਿੰਨ ਅਵਸਥਾ ਦਾ ਸਾਨੂੰ ਸਾਰਿਆਂ ਨੂੰ ਹੀ ਅਨੁਭਵ ਹੈ, ਸਾਰਿਆਂ ਨੂੰ ਫੀਲਿੰਗ ਹੈ, ਜਾਗਣ ਦੀ, ਸੁਪਨੇ ਦੀ ਅਤੇ ਗੂੜੀ ਨੀਂਦ ਦੀ। ਤਿੰਨਾਂ 'ਚ ਜੀਵ ਰਹਿੰਦਾ ਹੈ। ਹੁਣ ਆਪਾਂ ਜਾਗਰਤ ਅਵਸਥਾ 'ਚ ਹਾਂ, ਕਥਾ ਹੋ ਰਹੀ ਹੈ, ਸੁਣ ਰਹੇ ਹਾਂ, ਇਹ ਜਾਗਰਤ ਅਵਸਥਾ ਹੈ। ਅੱਖਾਂ, ਕੰਨ, ਨੱਕ, ਪੰਜੇ ਗਿਆਨ ਇੰਦਰੀਆਂ, ਪੰਜੇ ਕਰਮ ਇੰਦਰੀਆਂ, ਮਨ, ਬੁੱਧੀ, ਚੇਤਾ, ਹੰਕਾਰ, ਇਹ 14, ਇਹਨਾਂ 14 ਦੇ ਅਧਿਸ਼ਠਾਨ 14 ਦੇਵਤੇ ਵੀ ਹਨ, 14 ਇਹਨਾਂ ਦੇ ਵਿਸ਼ੇ ਹਨ। ਇਹ 14 ਤੀਆ 42 ਜਿਹੜੇ ਹਨ ਕੰਮ ਕਾਰ, ਇਹਨੂੰ ਜਾਗਰਤ ਅਵਸਥਾ ਕਹਿੰਦੇ ਆ। ਫਿਰ ਸੁਪਨੇ, ਜਦੋਂ ਸੁਪਨਾ ਦੇਖਦਾ ਸੂਖਸ਼ਮ ਉਹਦੇ ਵਿੱਚ ਭੋਗ ਹੁੰਦਾ ਹੈ, ਅਤੇ ਗੂੜੀ ਨੀਂਦ ਵਿੱਚ ਆਨੰਦ ਦਾ ਭੋਗ ਹੁੰਦਾ, ਆਨੰਦ ਨੂੰ ਭੋਗਦਾ ਹੈ। ਉਹ ਜਿਹੜੀਆਂ ਤਿੰਨੇ ਅਵਸਥਾ ਨੇ ਉਹ ਤਾਂ ਸਾਡੀਆਂ ਸਾਰਿਆਂ ਦੀ ਹਨ। ਸਤਿਗੁਰੂ ਜੀ ਦੀ ਚੌਥੀ ਅਵਸਥਾ ਹੈ ਤੁਰੀਆ ਅਵਸਥਾ, ਸਤਿਗੁਰ ਤੇ ਹਰ ਜਾਣ। ਚੌਥੀ ਪਦਵੀ ਗੁਰ ਕੀ ਉੱਚੀ, ਗੁਰੂ ਦੀ ਚੌਥੀ ਪਦਵੀ ਹੈ। ਨਾ ਜਾਗਣ ਵਾਲਿਆਂ ਵਰਗੀ ਹਾਲਤ ਹੈ, ਨਾ ਸੁਪਨੇ ਵਾਲੀ ਹਾਲਤ ਹੈ, ਨਾ ਗੂੜੀ ਨੀਂਦ ਵਾਲੀ ਹਾਲਤ ਹੈ। ਉਸ ਤੋਂ ਪਰੇ ਦੀ ਕੋਈ ਖੇਡ ਹੈ ਜਿਹਦਾ ਸਾਨੂੰ ਪਤਾ ਨਹੀਂ, ਜਿਹਦਾ ਸਾਨੂੰ ਕੋਈ ਅਨੁਭਵ ਨਹੀਂ। ਉਹ ਗੁਰੂ ਦੀ ਅਵਸਥਾ ਹੈ। ਉਹ ਕੀ ਹੈ ਇਹ ਹੁਣ ਆਪਾਂ ਸੰਸਾਰੀ ਲੋਕ ਨਹੀਂ ਨਾ ਜਾਣ ਸਕਦੇ। ਸਿੱਖ ਵਿਚਾਰ ਕਰਨ ਲੱਗੇ ਆਪਸ ਵਿੱਚ ਵੀ ਗੁਰੂ ਦੀ ਤਾਂ ਉਹ ਅਵਸਥਾ ਹੁੰਦੀ ਹੈ। ਗੁਰੂ ਨਾ ਜਾਗਦਾ ਹੈ, ਨਾ ਗੁਰੂ ਸੌਂਦਾ ਹੈ, ਨਾ ਗੁਰੂ ਸੁਪਨਾ ਦੇਖਦਾ। ਗੁਰੂ ਤਾਂ ਤਿੰਨਾਂ ਨੂੰ ਹੀ ਦੇਖਦਾ। ਆਖੋ ਸ੍ਰੀ ਵਾਹਿਗੁਰੂ। ਅਸੀਂ ਇੱਕ ਟਾਈਮ 'ਤੇ ਇੱਕ ਦੇਖਦੇ ਹਾਂ। ਹੁਣ ਆਪਾਂ ਜਾਗਰਤ ਦੇਖ ਰਹੇ ਹਾਂ, ਸੁਪਨਾ ਨਹੀਂ ਦੇਖ ਰਹੇ। ਜੇ ਸੁਪਨਾ ਦੇਖਾਂਗੇ ਤਾਂ ਅਸੀਂ ਜਾਗਰਤ ਨਹੀਂ ਦੇਖ ਰਾਂਗੇ। ਜਦੋਂ ਗੂੜੀ ਨੀਂਦ ਵਿੱਚ ਹੋਵਾਂਗੇ ਉਦੋਂ ਸੁਪਨਾ ਵੀ ਨਹੀਂ ਹੋਵੇਗਾ, ਜਾਗਰਤ ਵੀ ਨਹੀਂ ਹੋਵੇਗੀ। ਜਦੋਂ ਸੁਪਨਾ ਹੋਵੇਗਾ ਉਦੋਂ ਗੂੜੀ ਨੀਂਦ ਵੀ ਨਹੀਂ ਹੋਵੇਗੀ। ਗੂੜੀ ਨੀਂਦ 'ਚ ਸੁਪਨਾ ਨਹੀਂ ਹੁੰਦਾ। ਜਾਗਰਤ ਦੇ ਵਿੱਚ ਅਤੇ ਸੁਪਨ ਦੇ ਵਿੱਚ ਅਤੇ ਸੁਖੋਪਤੀ 'ਚ ਜਗਤ ਵਰਤਦਾ ਹੈ। ਗੁਰੂ ਤਾਂ ਚੌਥੀ ਪਦਵੀ 'ਚ ਰਹਿੰਦਾ ਹੈ। ਤੀਨ ਅਵਸਥਾ ਸਾਖੀ ਰੂਪ। ਗੁਰੂ ਦਾ ਤਿੰਨਾਂ ਅਵਸਥਾ ਦਾ ਵਿਟਨੈਸ ਹੈ। ਸਾਖੀ ਕਹਿੰਦੇ ਨੇ ਵਿਟਨੈਸ, ਗਵਾਹ, ਜਿਹੜਾ ਦੇਖ ਰਿਹਾ। ਬਸ ਜਿਵੇਂ ਗਵਾਹ ਹੁੰਦਾ ਨਾ, ਉਹ ਆਪ ਕੁਛ ਨਹੀਂ ਕਰਦਾ, ਸਿਰਫ ਦੇਖਦਾ। ਕੁਛ ਵੀ ਉਹਦੇ ਸਾਹਮਣੇ ਹੁੰਦਾ ਉਹ ਦੇਖ ਕੇ ਗਵਾਹੀ ਦਿੰਦਾ, ਹਾਂ ਮੇਰੇ ਸਾਹਮਣੇ ਹੋਇਆ ਸੀ, ਮੈਂ ਨਹੀਂ ਕੁਛ ਕੀਤਾ ਪਰ ਮੈਂ ਦੇਖਿਆ। ਇੱਦਾਂ ਗੁਰੂ ਜਿਹੜਾ ਹੈ ਨਾ ਉਹ ਤਿੰਨਾਂ ਅਵਸਥਾ ਨੂੰ ਦੇਖਦਾ ਹੈ। ਤਿੰਨਾਂ ਅਵਸਥਾ ਦਾ ਸਾਖੀ ਹੈ ਗੁਰੂ। ਹਾਂਜੀ। ਜਿਉਂ ਜਲ ਕਮਲ ਅਲੇਪ ਅਨੂਪ। ਜਿਵੇਂ ਜਲ ਦੇ ਵਿੱਚ ਕਮਲ ਦਾ ਪਾਣੀ, ਕਮਲ ਦਾ ਫੁੱਲ ਪਾਣੀ ਦੇ ਵਿੱਚ ਨਿਰਲੇਪ ਰਹਿੰਦਾ। ਪਾਣੀ ਦੇ ਵਿੱਚ ਪੈਦਾ ਹੁੰਦਾ ਪਰ ਪਾਣੀ ਤੋਂ ਉੱਤੇ ਹੁੰਦਾ। ਉੱਪਰੋਂ ਪਾਣੀ ਦੀ ਬੂੰਦ ਪੈਂਦੀ ਹੈ, ਉਹ ਵੀ ਤਿਲਕ ਕੇ ਥੱਲੇ ਡਿੱਗ ਪੈਂਦੀ ਹੈ, ਕਿਉਂਕਿ ਕਮਲ ਦਾ ਫੁੱਲ ਥਿੰਦਾ ਵੀ ਹੁੰਦਾ। ਕੁਦਰਤੀ ਖੇਡ ਹੈ। ਜਿਵੇਂ ਪਾਣੀ ਦੇ ਵਿੱਚ ਰਹਿਣ ਵਾਲਾ ਕਮਲ ਦਾ ਫੁੱਲ ਪਾਣੀ ਤੋਂ ਵੱਖਰਾ ਰਹਿੰਦਾ, ਇਵੇਂ ਗੁਰੂ ਤਿੰਨਾਂ ਅਵਸਥਾ ਦੇ ਵਿੱਚ ਵੀ ਰਹਿੰਦਾ, ਤਿੰਨਾਂ ਅਵਸਥਾ ਤੋਂ ਪਰੇ ਵੀ ਰਹਿੰਦਾ।
ਗੁਰੂ ਜਾਗਦਾ ਵੀ ਹੈ, ਗੁਰੂ ਸੌਂਦਾ ਵੀ ਹੈ, ਗੁਰੂ ਸੁਪਨਾ ਵੀ ਦੇਖਦਾ, ਪਰ ਗੁਰੂ ਉਹਦੇ 'ਚ ਫਸਦਾ ਨਹੀਂ। ਆਖੋ ਸ੍ਰੀ ਵਾਹਿਗੁਰੂ। ਉਹ ਉਹਨੂੰ ਦੇਖ ਰਿਹਾ ਹੁੰਦਾ ਇੱਦਾਂ ਸਾਈਡ 'ਤੇ ਖੜ੍ਹ ਕੇ ਵੀ ਆਹ ਮੇਰੇ ਸਾਹਮਣੇ ਮੇਰੀ ਜੀਵ ਦੀਆਂ 3 ਅਵਸਥਾ ਨੇ, ਸੰਸਾਰੀ ਲੋਕਾਂ ਦੀਆਂ ਆਹ ਅਵਸਥਾ ਨੇ, ਪਰ ਨਿਰਲੇਪ ਹੁੰਦਾ ਉਹਦੇ ਉੱਤੇ। ਜਿਵੇਂ ਕਮਲ ਦੇ ਫੁੱਲ 'ਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ, ਇੱਦਾਂ ਗੁਰੂ ਉੱਤੇ ਜਾਗਰਤ ਅਵਸਥਾ ਦਾ, ਸੁਪਨ ਅਵਸਥਾ ਦਾ, ਗੂੜੀ ਨੀਂਦ ਦਾ ਕੋਈ ਅਸਰ ਨਹੀਂ ਹੁੰਦਾ। ਸੁਨ ਹਰ ਸਿਮਰਨ ਆਨੰਦ ਧਰੈ। ਉਹ ਹਰੀ ਦਾ ਸਿਮਰਨ ਕਰਕੇ ਗੁਰੂ ਤੇ ਖੁਸ਼ ਹੁੰਦਾ ਹੈ। ਗੁਰੂ ਤਾਂ ਕਥਾ ਕੀਰਤਨ ਸੁਣ ਕੇ ਖੁਸ਼ ਹੁੰਦਾ ਹੈ। ਇਸ ਕਰਕੇ ਉਹ ਸਿੱਖ ਵਿਚਾਰ ਕਰਨ ਲੱਗੇ ਵੀ ਆਪਾਂ ਕੀਰਤਨ ਕਰੀਏ ਕਿ ਨਾ ਕਰੀਏ। ਇੱਕ ਤਾਂ ਇਹ ਸੀ ਵੀ ਗੁਰੂ ਸਾਹਿਬ ਜਾਗ ਪੈਣਗੇ, ਬੇਰਾਮੀ ਹੋਵੇਗੀ, ਸਤਿਗੁਰਾਂ ਨੂੰ ਨਾਰਾਜ਼ ਹੋਣਗੇ। ਫਿਰ ਸੋਚਿਆ ਵੀ ਗੁਰੂ ਤਾਂ ਕਦੀ ਸੌਂਦਾ ਹੀ ਨਹੀਂ, ਗੁਰੂ ਤਾਂ ਸਦਾ ਹੀ ਜਾਗਦਾ, ਸਤਿਗੁਰ ਜਾਗਤਾ ਹੈ ਦਿਓ। ਸਤਿਗੁਰੂ ਤਾਂ ਸਦਾ ਹੀ ਜਾਗਦੇ ਆ। ਇਸ ਕਰਕੇ ਉਹਨਾਂ ਸਿੱਖਾਂ ਨੇ ਕੀ ਸੋਚਿਆ ਵੀ ਕੀਰਤਨ ਸੁਣ ਕੇ ਤਾਂ ਖੁਸ਼ ਹੀ ਹੋਣਗੇ। ਹਾਂਜੀ, ਹਮ ਪਰ ਖੁਸ਼ੀ ਆਪਨੀ ਕਰੈ। ਆਪਾਂ ਕੀਰਤਨ ਕਰੀ ਚੱਲੀਏ, ਕਿਉਂਕਿ ਉਹ ਸਿੱਖ ਬਾਣੀ ਦੇ ਬੋਲੇ ਰਸੀਏ ਸੀ, ਬਹੁਤ ਬਾਣੀ ਪ੍ਰੇਮ ਨਾਲ ਪੜ੍ਹ ਰਹੇ ਸੀ। ਉਹਨਾਂ ਦਾ ਜੀਅ ਵੀ ਨਹੀਂ ਸੀ ਕਰਦਾ ਵੀ ਬਾਣੀ ਪੜ੍ਹਨੀ ਛੱਡ ਦਈਏ। ਕਈ ਵਾਰੀ ਐਸੀ ਅਵਸਥਾ ਬਣਦੀ ਗੁਰਸਿੱਖਾਂ ਦੀ ਬਈ ਉਹਨਾਂ ਦਾ ਜੀਅ ਕਰਦਾ ਵੀ ਬਾਣੀ ਪੜ੍ਹੀ ਜਾਈਏ, ਪੜ੍ਹੀ ਜਾਈਏ, ਪੜ੍ਹੀ ਜਾਈਏ, ਛੱਡੀਏ ਹੀ ਨਾ। ਬਾਣੀ 'ਚ ਇੰਨਾ ਸਵਾਦ ਆਉਣ ਲੱਗ ਜਾਂਦਾ। ਤੁਸੀਂ 2-4 ਦਿਨ ਨਿਤਨੇਮ ਕਰ ਲਓ, 2-4 ਦਿਨ ਦੇ ਵਿੱਚ ਤੁਹਾਡਾ ਇੰਨਾ ਮਨ ਕਰੇਗਾ ਵੀ ਬਾਕੀ ਕੰਮ ਤੇ ਅਸੀਂ ਐਵੇਂ ਟਾਈਮ ਖਰਾਬ ਕਰਦੇ, ਹੁਣ ਬਾਣੀ ਪੜ੍ਹੀਏ। ਫਿਰ ਇਹ ਅਵਸਥਾ ਬਣ ਜਾਂਦੀ। ਜਿਉਂ-ਜਿਉਂ ਵਧਾਈ ਜਾਓਗੇ ਫਿਰ ਰੰਗ ਹੋਰ ਗੂੜਾ ਹੋਈ ਜਾਂਦਾ। ਹਾਂਜੀ, ਇਮ ਵਿਚਾਰ ਕਰ ਗਾਵਨ ਲਾਗੇ। ਇਸ ਤਰ੍ਹਾਂ ਦੀ ਵਿਚਾਰ ਕਰਕੇ ਗੁਰੂ ਕੇ ਸਿੱਖ ਗਾਣ ਲੱਗੇ, ਬਾਣੀ ਫੇਰ ਪੜ੍ਹਨ ਲੱਗ ਪਏ। ਸੁਰ ਸੁੰਦਰ ਤੇ ਉਰ ਅਨੁਰਾਗੇ। ਬੜੀ ਸੋਹਣੀ ਸੁਰ 'ਚ ਗਾ ਰਹੇ ਸੀ, ਬੜੇ ਪ੍ਰੇਮ ਨਾਲ ਰੀਝ ਕੇ ਸਿੱਖ ਬਾਣੀ ਪੜ੍ਹ ਰਹੇ ਸੀ। ਸੁਨ ਬਾਣੀ ਪੁਨ ਸਤਿਗੁਰ ਜਾਗੇ। ਹੁਣ ਉੱਚੀ ਬਾਣੀ ਪੜ੍ਹ ਰਹੇ ਸੀ ਸਿੱਖਾਂ ਨੇ, ਸਤਿਗੁਰੂ ਪਾਤਸ਼ਾਹ ਜੀ ਜਾਗ ਪਏ। ਕਰੀ ਸ਼ੀਘਰਤਾ ਸਹਿਜਾ ਤਿਆਗੇ। ਤੇ ਗੁਰੂ ਸਾਹਿਬ ਆਪਣਾ ਮੰਜਾ ਛੱਡਣ ਲਈ ਬੜੀ ਕਾਹਲ ਕੀਤੀ। ਜਿਵੇਂ ਮੰਜੇ ਤੋਂ ਨਾ ਅੱਬੜਵਾਏ ਉੱਠੇ ਤੇ ਇੱਕਦਮ ਥੱਲੇ ਆਏ। ਹਾਂਜੀ, ਹਰ ਬਰਾਏ ਜਬ ਨਿੰਦਰਾ ਤਿਆਗੀ। ਇੱਕਦਮ ਅੱਧਾ ਕੱਪੜਾ ਸੁੱਟਿਆ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਹੜਬੜਾ ਕੇ ਉੱਠੇ, ਨੀਂਦ ਤਿਆਗ ਦਿੱਤੀ। ਪਾਟੀ ਚੋਟ ਗੋਡ ਪਰ ਲਾਗੀ। ਜਦੋਂ ਗੁਰੂ ਸਾਹਿਬ ਇੱਕਦਮ ਥੱਲੇ ਉਤਰਨ ਲੱਗੇ ਨਾ, ਉਹ ਜਿਹੜਾ ਮੰਜੇ ਦਾ ਪਾਵਾ ਸੀ ਨਾ, ਉਹ ਆ ਗੋਡੇ 'ਤੇ ਲੱਗ ਗਿਆ। ਆ ਜਿਹੜੀ ਗੋਡੇ ਦੀ ਅੱਖ ਹੁੰਦੀ ਹੈ ਨਾ, ਇਹਦੇ ਉੱਤੇ ਸਤਿਗੁਰਾਂ ਦੇ ਸੱਟ ਵੱਜ ਗਈ। ਜ਼ੋਰ ਨਾਲ ਜੋ ਉੱਠੇ ਤੇ ਗੋਡੇ ਦੇ ਉੱਤੇ ਚੋਟ ਲੱਗ ਗਈ ਸਤਿਗੁਰੂ ਜੀ ਦੇ। ਤਜ ਪ੍ਰਿਅੰਕ ਕੋ ਉਠੇ ਕਿਰਪਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਹਰਿਰਾਏ ਸਾਹਿਬ ਜੀ ਪਲੰਗ ਤੋਂ ਇੱਕਦਮ ਉੱਠੇ। ਜਾਨੂ ਲਗਿਓ ਉਤਰੇ ਵੇ ਕਾਲਾ। ਜਦੋਂ ਥੱਲੇ ਉਤਰਨ ਲੱਗੇ ਤੇ ਗੋਡਾ ਜਿਹੜਾ ਸੀ ਨਾ ਉਹ ਪਾਵੇ ਨਾ ਵੱਜ ਗਿਆ ਤੇ ਦਰਦ ਕਾਫੀ ਜ਼ਿਆਦਾ ਹੋਈ ਸਤਿਗੁਰੂ ਜੀ ਨੂੰ। ਹਾਂਜੀ, ਪਾਟੀ ਚੋਟ ਸੋ ਦਾਸਨ ਹੇਰੀ। ਜਦੋਂ ਸੇਵਾਦਾਰਾਂ ਨੇ ਵੇਖਿਆ ਵੀ ਸਤਿਗੁਰਾਂ ਦੇ ਗੋਡੇ ਤੇ ਸੱਟ ਲੱਗ ਗਈ ਹੈ, ਮਹਾਰਾਜ ਸੱਚੇ ਪਾਤਸ਼ਾਹ ਇੰਨੀ ਕਾਹਲੀ ਨਾਲ ਉੱਠੇ ਹਨ। ਕਰ ਧੀਰ ਮਰਦਨ ਕੀਨ ਕਨੇਰੀ। ਨਾ ਫਟਾਫਟ ਸਿੱਖ ਆ ਗਏ, ਮਲਣ ਲੱਗ ਪਏ, ਉੱਥੇ ਘੁੱਟਣ ਲੱਗ ਪਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ। ਪੁਨ ਕਰ ਜੋਰੇ ਪੁੱਛਣ ਲਾਗੇ। ਤੇ ਫਿਰ ਹੱਥ ਜੋੜ ਕੇ ਉਹ ਸਿੱਖ ਪੁੱਛਣ ਲੱਗੇ, ਸ੍ਰੀ ਸਤਿਗੁਰ ਤੁਮ ਕਿਸ ਬਿਦ ਜਾਗੇ। ਇਹ ਸਤਿਗੁਰੂ ਜੀ ਆਪ ਇਸ ਤਰ੍ਹਾਂ ਇੱਕਦਮ ਕਿਵੇਂ ਜਾਗੇ? ਇੱਕਦਮ ਜਾਗ ਕੇ ਮੰਜੇ ਤੇ ਬੈਠੀਦਾ ਹੈ, ਫਿਰ ਆਪਣੇ ਹਜੇ ਥੱਲੇ ਜਾਣਾ ਹੋਵੇ ਫਿਰ ਥੱਲੇ ਉਤਰੀਦਾ ਹੈ, ਆਰਾਮ ਨਾਲ ਪੈਰ ਥੱਲੇ ਕਰਦੇ ਮੰਜੇ ਤੋਂ। ਤੁਸੀਂ ਤਾਂ ਇੱਕਦਮ ਛਾਲ ਹੀ ਮਾਰ ਦਿੱਤੀ, ਅੱਖ ਖੁੱਲ੍ਹੀ ਵੀ ਨਹੀਂ ਤੇ ਫਟਾਫਟ ਤੁਸੀਂ ਥੱਲੇ ਉਤਰੇ ਹੋ। ਇੰਨੀ ਛੇਤੀ ਮਹਾਰਾਜ ਕੀ ਲੋੜ ਸੀ ਤੁਹਾਨੂੰ ਥੱਲੇ ਉਤਰਨ ਦੀ ਵੀ ਆਪਣੇ ਗੋਡੇ ਤੇ ਸੱਟ ਲਵਾ ਬੈਠੇ ਹੋ। ਬਚਨ ਆਪ ਕੇ ਸ਼ਬਦ ਬਨੇ ਹੈ। ਮਹਾਰਾਜ ਆਪ ਜੀ ਦੇ ਬਚਨ ਨੇ ਜਿਹੜੇ, ਉਹੀ ਤਾਂ ਬਾਣੀ ਬਣਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਆਪ ਜੀ ਦੀ ਬਾਣੀ ਹੈ, ਆਪ ਜੀ ਦੀ ਰਸਨਾ ਤੋਂ ਨਿਕਲੀ ਸਤਿਗੁਰੂ ਜੀ। ਨਰ ਤਾਰਨ ਹਿਤ ਸੁਖਤ ਭਨੇ ਹੈ। ਇਹ ਤੁਸੀਂ ਜੀਵਾਂ ਨੂੰ ਤਾਰਨ ਵਾਸਤੇ, ਸੰਸਾਰੀ ਜੀਵਾਂ ਦਾ ਬੇੜਾ ਭਵਸਾਗਰ ਤੋਂ ਪਾਰ ਲੰਘਾਉਣ ਵਾਸਤੇ ਬਾਣੀ ਉਚਾਰਨ ਕੀਤੀ ਹੈ। ਸੰਕਨ ਕਿਸ ਕੀ ਰਾਵਰ ਧਰੀ। ਆਪ ਜੀ ਨੇ ਮਹਾਰਾਜ
ਇੰਨੀ ਕਾਹਲੀ ਕਿਉਂ ਕੀਤੀ ਹੈ? ਕਿਉਂ ਆਪ ਜੀ ਥੱਲੇ ਉਤਰੇ ਹੋ? ਕਾਜ ਕਵਨ ਸ਼ੀਘਰਤਾ ਕਰੀ। ਹਾਂ ਮਹਾਰਾਜ, ਕਿਹੜੇ ਕਾਰਨ ਕਰਕੇ ਆਪ ਜੀ ਨੇ ਇੰਨੀ ਕਾਹਲੀ ਕੀਤੀ ਹੈ, ਇੰਨੀ ਸ਼ੀਘਰਤਾ ਕੀਤੀ ਹੈ? ਹਰਬਰਾਏ ਅਬ ਐਸੇ ਜਾਗੇ। ਤੁਸੀਂ ਹੜਬੜਾ ਕੇ ਸਤਿਗੁਰੂ ਜੀ ਇਸ ਤਰ੍ਹਾਂ ਜਾਗੇ ਹੋ, ਇੱਕਦਮ ਉੱਠੇ ਹੋ। ਪਾਟੀ ਚੋਟ ਗੋਡ ਮਹਿ ਲਾਗੇ। ਆਪ ਜੀ ਦੇ ਗੋਡੇ ਤੇ ਸੱਚੇ ਪਾਤਸ਼ਾਹ ਜੀ ਮੰਜੇ ਦਾ ਪਾਵਾ ਜਾਂ ਮੰਜੇ ਦੀ ਫੱਟੀ ਲੱਗ ਗਈ ਹੈ। ਸੁਣ ਕਰ ਸ੍ਰੀ ਹਰਿ ਰਾਏ ਉਚਾਰੇ। ਸਤਿਗੁਰੂ ਸੁਣ ਕੇ ਕਹਿਣ ਲੱਗੇ, ਸੁਨੋ ਸਿੱਖ ਤੁਮ ਹੋ ਮਮ ਪਿਆਰੇ। ਮਹਾਰਾਜ ਕਹਿੰਦੇ, ਗੁਰੂ ਕੇ ਸਿੱਖੋ, ਤੁਸੀਂ ਮੇਰੇ ਪਿਆਰੇ ਹੋ। ਗੁਰੂ ਨੂੰ ਸਿੱਖ ਹੀ ਪਿਆਰਾ ਹੁੰਦਾ, ਸਿੱਖ ਨੂੰ ਗੁਰੂ ਪਿਆਰਾ ਹੁੰਦਾ। ਇਸ ਦੋਵਾਂ ਦੇ ਵਿੱਚ ਤੀਜਾ ਕੋਈ ਨਹੀਂ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਪਤੀ ਤੇ ਪਤਨੀ 'ਚ ਤੀਜਾ ਨਹੀਂ ਰਲ ਸਕਦਾ, ਪਿਓ ਪੁੱਤਰ 'ਚ ਤੀਜਾ ਨਹੀਂ ਰਲ ਸਕਦਾ, ਗੁਰੂ ਤੇ ਸਿੱਖ ਵਿੱਚ ਤੀਜਾ ਨਹੀਂ ਰਲ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਮਹਾਰਾਜ ਕਹਿੰਦੇ, ਤੁਹਾਡਾ ਤੇ ਮੇਰਾ ਗੁਰੂ ਕੇ ਸਿੱਖ ਦਾ ਰਿਸ਼ਤਾ, ਤੁਸੀਂ ਮੈਨੂੰ ਜਾਨ ਤੋਂ ਵੀ ਪਿਆਰੇ ਹੋ। ਗੁਰ ਅਨਭੈ ਵਿੱਚ ਬਾਣੀ ਰੂਪ। ਹਾਂ, ਜਿਹੜਾ ਗੁਰੂ ਦਾ ਅਨੁਭਵ ਹੈ ਨਾ, ਗੁਰੂ ਦੀ ਫੀਲਿੰਗ, ਗੁਰੂ ਨੇ ਜੋ ਮਹਿਸੂਸ ਕੀਤਾ ਹੈ, ਉਹ ਬਾਣੀ ਦੇ ਵਿੱਚ ਲਿਖਿਆ ਹੈ। ਬਾਣੀ ਗੁਰੂ ਦੀ ਆਤਮਾ ਹੈ, ਬਾਣੀ ਗੁਰੂ ਦਾ ਸਰੂਪ ਹੈ। ਜਾਂ ਕੀ ਮਹਿਮਾ ਅਮਿਤ ਅਨੂਪ। ਹਾਂ, ਗੁਰੂ ਦੀ ਬਾਣੀ ਦੀ ਮਹਿਮਾ ਬਹੁਤ ਜ਼ਿਆਦਾ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਹਾਂਜੀ। ਭਵ ਅਗਨੀ ਸਾਗਰ ਕਹੋ ਤਰਨਾ। ਇਹ ਜਿਹੜਾ ਭਵ ਸਾਗਰ ਹੈ, ਇਹ ਅਗਨੀ ਦਾ ਸਾਗਰ ਹੈ, ਅੱਗ ਦਾ ਸਾਗਰ ਹੈ, ਅੱਗ ਦਾ ਸਮੁੰਦਰ ਹੈ ਇਹ ਸੰਸਾਰ। ਇੱਕ ਪਾਣੀ ਦਾ ਸਮੁੰਦਰ ਹੈ, ਇਹ ਅੱਗ ਦਾ ਸਮੁੰਦਰ ਹੈ। ਇਹਦੇ ਵਿੱਚ ਅੱਗ ਹੀ ਅੱਗ ਹੈ। ਕਾਮ, ਕ੍ਰੋਧ, ਲੋਭ, ਮੋਹ, ਈਰਖਾ, ਬਖੀਲੀ, ਦਵੈਸ਼, ਨਿੰਦਾ, ਚੁਗਲੀ, ਚਿੰਤਾ, ਫਿਕਰ, ਡਰ, ਟੈਨਸ਼ਨ, ਕਿੰਨੇ ਪ੍ਰਕਾਰ ਦੀ ਅੱਗ ਦੀਆਂ ਲਾਟਾਂ ਨਿਕਲਦੀਆਂ, ਸਾੜੀ ਜਾਂਦੀਆਂ, ਸੰਸਾਰ ਸੜ ਰਿਹਾ ਹੈ। ਸਤਿਗੁਰ ਸਿੱਖਣ ਕੋ ਸੁਖ ਕਰਨੀ। ਮਹਾਰਾਜ ਨੇ ਇਸ ਸੰਸਾਰ ਸਾਗਰ ਵਿੱਚੋਂ ਕੱਢਣ ਲਈ, ਸੜਦੇ ਬਲਦੇ ਸੰਸਾਰ ਨੂੰ ਠੰਡ ਪਾਉਣ ਲਈ, ਸਿੱਖਾਂ ਨੂੰ ਸੁਖ ਦੇਣ ਲਈ ਪਾਠਕ ਹਿਰਦੈ ਵਿਕਾਰਨ ਹਰਨੀ। ਇਹ ਗੁਰਬਾਣੀ ਭੇਜੀ ਹੈ ਸੱਚਖੰਡ ਤੋਂ। ਇਹ ਮਹਾਰਾਜ ਪਰਮੇਸ਼ਰ ਦੀ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹ ਬਾਣੀ ਦਾ ਜਿਹੜਾ ਪਾਠਕ ਹੈ, ਯਾਨੀ ਜਿਹੜਾ ਬਾਣੀ ਦਾ ਪਾਠੀ ਹੈ, ਉਹਦੇ ਮਨ ਦੇ ਵਿਕਾਰਾਂ ਨੂੰ ਹਰ ਦਿੰਦੀ ਹੈ। ਜਿਹੜਾ ਪ੍ਰੇਮ ਨਾਲ ਪੜ੍ਹੇ, ਬਾਣੀ ਭਾਵਨਾ ਨਾਲ ਪੜ੍ਹੇ ਵੀ ਮੈਂ ਗੁਰੂ ਸਾਹਿਬ ਦੀ ਬਾਣੀ ਪੜ੍ਹ ਰਿਹਾ ਹਾਂ, ਇਸ ਤੋਂ ਵੱਧ ਕੇ ਕੋਈ ਖੁਸ਼ੀ ਦੀ ਗੱਲ ਹੀ ਕੋਈ ਨਹੀਂ। ਦੁਨੀਆ ਵਿੱਚ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਵੀ ਮੈਂ ਬਾਣੀ ਪੜ੍ਹ ਰਿਹਾ। ਇੰਨੇ ਭਾਵ ਨਾਲ ਬਾਣੀ ਪੜ੍ਹੇ ਤੇ ਉਹਦੇ ਮਨ ਦੇ ਸਾਰੇ ਹੀ ਵਿਕਾਰ, ਚਿੰਤਾ, ਫਿਕਰ, ਡਰ, ਟੈਨਸ਼ਨ, ਪਰੇਸ਼ਾਨੀ ਦੂਰ ਹੋ ਜਾਂਦੀ ਹੈ। ਹਰਨੀ ਤ੍ਰਿਸ਼ਨਾ ਸਿੰਘਨ ਬਰਨੀ। ਹਾਂ, ਹਰਨੀ ਕਹਿੰਦੇ ਨੇ ਜਿਹੜੀ ਹਿਰਣੀ ਹੁੰਦੀ ਹੈ, ਮਿਰਗੀ, ਕਹਿੰਦੇ ਜਿਵੇਂ ਹਿਰਣੀ ਨੂੰ ਖਾਣ ਵਾਸਤੇ ਸ਼ੇਰਨੀ ਹੁੰਦੀ ਹੈ ਨਾ, ਜਿਹੜੀ ਤ੍ਰਿਸ਼ਨਾ ਦੀ ਹਰਣੀ ਆ, ਤ੍ਰਿਸ਼ਨਾ, ਲਾਲਚ, ਤ੍ਰਿਸ਼ਨਾ, ਆਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ, ਮੈਨੂੰ ਪੈਸਾ ਮੇਰੇ ਕੋਲ ਹੋਵੇ, ਗੱਡੀਆਂ ਕਾਰਾਂ ਹੋਣ, ਇਹ ਤ੍ਰਿਸ਼ਨਾ ਦੀ ਹਰਣੀ ਸਾਡੇ ਅੰਦਰ ਬੜੀ ਹੈ। ਇਹਨੂੰ ਖਾਣ ਵਾਸਤੇ ਗੁਰਬਾਣੀ ਸ਼ੇਰਨੀ ਹੈ। ਜਿਵੇਂ ਹਰਣੀ ਨੂੰ ਸ਼ੇਰਨੀ ਮਾਰ ਕੇ ਖਾ ਲੈਂਦੀ ਹੈ ਨਾ, ਬਾਣੀ ਚਿੰਤਾ ਨੂੰ ਖਾ ਲੈਂਦੀ ਹੈ। ਤਿੰਨ ਸਗਲੀ ਚਿੰਤ ਮਿਟਾਈ। ਹਾਂਜੀ। ਬਰਨੀ ਗੁਰ ਦੁਖ ਤਰ ਕੋ ਕਰਨੀ। ਹਾਂ, ਇਹ ਦੁੱਖਾਂ ਦੇ ਦਰਖਤ ਨੂੰ ਕੱਟਣ ਵਾਲੀ, ਜਾਂ ਉਹਨੂੰ ਹੱਥਣੀ ਦੀ ਤਰ੍ਹਾਂ ਕਰਨੀ ਕਹਿੰਦੇ ਨੇ। ਹੱਥਣੀ ਨੂੰ, ਹੱਥਣੀ ਛੋਟੇ ਮੋਟੇ ਦਰਖਤ ਪੁੱਟ ਕੇ ਸੁੱਟ ਦਿੰਦੀ ਹੈ। ਕਹਿੰਦੇ ਇਹ ਜਿਹੜੀ ਗੁਰਬਾਣੀ ਹੈ ਨਾ, ਇਹ ਸਾਡੇ ਦੁੱਖਾਂ ਦੇ ਦਰਖਤ ਪੱਟ ਕੇ ਸੁੱਟ ਦਿੰਦੀ ਹੈ, ਹੱਥਣੀ ਦੀ ਤਰ੍ਹਾਂ। ਕਰਨੀ ਗਿਆਨ ਅਗਨ ਕੋ ਅਰਨੀ। ਔਰ ਗਿਆਨ ਰੂਪੀ ਅਗਨੀ ਨੂੰ ਇਹ ਪ੍ਰਗਟ ਕਰਨ ਵਾਲੀ, ਜਿਵੇਂ ਅਰਣੀ ਮੰਥਨ ਕਹਿੰਦੇ ਨੇ, ਦੋ ਲੱਕੜਾਂ ਲੈ ਲੈਂਦੇ ਨੇ, ਇੱਕ ਲੱਕੜ ਦੇ ਟੋਆ ਜਿਹਾ ਬਣਾ ਲੈਂਦੇ ਨੇ ਤੇ ਦੂਜੀ ਉਹਦੇ ਵਿੱਚ ਇੱਦਾਂ ਘਸਾਈ ਜਾਂਦੇ ਨੇ। ਉਹ ਸੁੱਕੀ ਲੱਕੜ 'ਚ ਦੋਵਾਂ ਨੂੰ ਮੰਥਨ ਕਰਕੇ 'ਚੋਂ ਅੱਗ ਕੱਢ ਲੈਂਦੇ। ਹੁਣ ਤਾਂ ਮਾਚਿਸਾਂ ਚੱਲ ਗਈਆਂ, ਲਾਈਟਰ ਚੱਲ ਗਏ, ਤੇ ਹੁਣ ਤਾਂ ਬਿਜਲੀ ਨਾਲ ਆਪਾਂ ਘਰਾਂ ਵਿੱਚ ਰੋਟੀ ਪਕਾਉਂਦੇ ਹਾਂ। ਪਹਿਲਾਂ ਬੀਬੀਆਂ ਮਾਈਆਂ ਅੱਗ ਸਾਂਭ ਕੇ ਰੱਖਦੀਆਂ ਹੁੰਦੀਆਂ ਸੀ ਚੁੱਲ੍ਹੇ 'ਚ। ਜੇ ਕਿਤੇ ਬੁੱਝ ਜਾਵੇ ਫਿਰ ਬੜੀ ਔਖੀ ਹੁੰਦੀ ਸੀ। ਫਿਰ ਕੋਈ ਸਿਆਣਾ ਬੰਦਾ ਹੀ ਅੱਗ ਬਾਲ ਸਕਦਾ ਸੀ, ਤੇ ਉਹ ਲੱਕੜ ਜਿਹੜੀ ਹੈ ਨਾ, ਇੱਕ ਲੱਕੜ ਦੇ ਉੱਤੇ ਲਾ ਕੇ ਦੂਜੀ ਲੱਕੜ ਘਸਾਈ ਜਾਂਦੇ ਸੀ, ਫਿਰ ਉਹ 'ਚੋਂ ਅੱਗ ਨਿਕਲਦੀ ਸੀ। ਅੱਗ ਐਵੇਂ ਥੋੜ੍ਹਾ ਨਿਕਲ ਆਉਂਦੀ ਸੀ। ਤਾਂ ਕਹਿੰਦੇ ਜਿਵੇਂ ਅਗਨੀ ਦਾ ਮੰਥਨ ਕਰਕੇ, ਲੱਕੜੀ ਦਾ ਮੰਥਨ ਕਰਕੇ ਵਿੱਚੋਂ ਅਗਨੀ ਕੱਢ ਲੈਂਦੇ ਹੈ ਨਾ,
ਗੁਰਬਾਣੀ ਦਾ ਜਿਹੜਾ ਮੰਥਨ ਕਰੇਗਾ, ਯਾਨੀ ਗੁਰਬਾਣੀ ਤੇ ਆਪਣੇ ਮਨ ਨੂੰ ਘਸਾਏਗਾ, ਉਹਦੇ ਅੰਦਰ ਗਿਆਨ ਦੀ ਅਗਨੀ ਪ੍ਰਗਟ ਹੋਏਗੀ, ਬ੍ਰਹਮ ਗਿਆਨ ਦੀ ਜੋਤ ਜਗੇਗੀ। ਹਾਂਜੀ। ਜੋ ਸਿੱਖ ਗੁਰਬਾਣੀ ਭੈ ਕਰੈ। ਮਹਾਰਾਜ ਕਹਿੰਦੇ ਭਾਈ ਜਿਹੜਾ ਸਿੱਖ ਗੁਰਬਾਣੀ ਦਾ ਭੈ ਕਰਦਾ, ਅਦਬ ਕਰਦਾ, ਗੁਰਬਾਣੀ ਅੱਗੇ ਸਿਰ ਝੁਕਾਉਂਦਾ ਹੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਉਹ ਬਿਨਾਂ ਪ੍ਰਯਾਸ ਬਿਨਾਂ ਯਤਨ ਕੀਤਿਆਂ ਭਵ ਸਾਗਰ ਤੋਂ ਤਰ ਜਾਂਦਾ। ਜੋ ਸਿੱਖ ਗੁਰਬਾਣੀ ਭੈ ਕਰੈ, ਜਿਹੜਾ ਸਿੱਖ ਗੁਰਬਾਣੀ ਦਾ ਭੈ ਕਰਦਾ ਹੈ, ਗੁਰੂ ਸਾਹਿਬ ਜੀ ਦੇ ਬਚਨਾਂ ਦਾ ਸਤਿਕਾਰ ਕਰਦਾ, ਅਦਬ ਕਰਦਾ, ਉਹ ਬਿਨਾਂ ਯਤਨਾਂ ਦੇ ਭਵ ਸਾਗਰ ਤੋਂ ਪਾਰ ਲੰਘ ਜਾਂਦਾ ਹੈ। ਗੁਰਬਾਣੀ ਮਹਿਮਾ ਮਹੀਆਨੇ। ਸਤਿਗੁਰੂ ਕਹਿੰਦੇ ਸਿੱਖੋ ਇਸ ਗੁਰਬਾਣੀ ਦੀ ਬੜੀ ਵੱਡੀ ਮਹਿਮਾ ਹੈ, ਮਹਾਨ ਤੋਂ ਮਹਾਨ ਮਹਿਮਾ ਹੈ ਗੁਰਬਾਣੀ ਦੀ। ਜੇ ਮਰਿਆਦਾ ਹਮ ਨਹਿ ਠਾਨੇ। ਤੇ ਜੇ ਅਸੀਂ ਮਰਿਆਦਾ ਨਾ ਰੱਖਾਂਗੇ ਲੋਕਾਂ ਨੇ ਵੀ ਨਹੀਂ ਰੱਖਣੀ। ਜੇ ਅਸੀਂ ਗੁਰਬਾਣੀ ਦਾ ਸਤਿਕਾਰ ਨਹੀਂ ਕਰਾਂਗੇ, ਅਸੀਂ ਮੰਜੇ 'ਤੇ ਪਏ ਰਹੀਏ, ਬਾਣੀ ਪੜ੍ਹਨ ਵਾਲੇ ਥੱਲੇ ਬੈਠੇ ਰਹਿਣ, ਬਾਣੀ ਦਾ ਬਹੁਤ ਵੱਡਾ ਨਿਰਾਦਰ ਹੈ। ਜੇ ਅਸੀਂ ਬਾਣੀ ਦਾ ਸਤਿਕਾਰ ਨਾ ਕੀਤਾ ਤੇ ਫਿਰ ਕੌਣ ਕਰੇਗਾ? ਤੋ ਸਿੱਖ ਭੈ ਨਾ ਕਰੈ ਗੋ ਕੋਈ। ਫਿਰ ਕੋਈ ਸਿੱਖ ਵੀ ਗੁਰਬਾਣੀ ਦਾ ਭੈ ਨਹੀਂ ਕਰਨਗੇ, ਗੁਰਬਾਣੀ ਤੋਂ ਡਰਨਗੇ ਨਹੀਂ, ਨਿਰਾਦਰੀ ਕਰਨਗੇ। ਸਾਧ ਸੰਗਤ ਜੀ, ਜਦੋਂ ਦੇ ਸਿੱਖਾਂ ਨੇ ਗੁਰਬਾਣੀ ਦੀ ਨਿਰਾਦਰੀ ਕਰਨੀ ਸ਼ੁਰੂ ਕਰਤੀ ਹੈ ਨਾ, ਉਦੋਂ ਦਾ ਗੁਰੂ ਨੇ ਸਾਡਾ ਸਾਥ ਛੱਡ ਦਿੱਤਾ। ਨਹੀਂ ਤੇ ਅਸੀਂ ਸਾਡੀ ਹਰ ਮੈਦਾਨ ਫਤਿਹ ਸੀ। ਗੁਰਬਾਣੀ ਦਾ ਅਸੀਂ ਸਤਿਕਾਰ ਘਟਾ ਦਿੱਤਾ ਹੌਲੇ ਹੌਲੇ, ਵੀ ਪਾਠੀ ਸਿੰਘ ਪਾਠ ਕਰ ਲੈਣ ਬਸ ਇੰਨਾ ਹੀ ਬੜਾ। ਠੀਕ ਹੈ, ਜਿਨ੍ਹਾਂ ਨੂੰ ਸੋਝੀ ਹੈ ਉਹ ਗੁਰਸਿੱਖ ਅਜੇ ਵੀ ਮਰਿਆਦਾ ਕਾਇਮ ਰੱਖਦੇ ਹੈ, ਪਰ ਗੁਰਬਾਣੀ ਦਾ ਅਦਬ ਕਰਨਾ ਬਹੁਤ ਜ਼ਰੂਰੀ ਹੈ। ਮਹਾਰਾਜ ਕਹਿੰਦੇ ਜੇ ਅਸੀਂ ਨਾ ਕਰਾਂਗੇ ਤੇ ਸਿੱਖ ਵੀ ਨਹੀਂ ਕਰਨਗੇ। ਬਿਨ ਭੈ ਕਰੇ ਸ਼੍ਰੇਅ ਨਹਿ ਹੋਈ। ਬਿਨਾਂ ਗੁਰੂ ਦੀ ਬਾਣੀ ਦਾ ਸਤਿਕਾਰ ਕੀਤਿਆਂ ਭਗਤ ਭਲਾ ਨਹੀਂ ਹੋਣਾ, ਮੁਕਤੀ ਨਹੀਂ ਹੋਣੀ, ਆਤਮਾ ਦਾ ਕਲਿਆਣ ਨਹੀਂ ਹੋਣਾ। ਜਿਹੜਾ ਗੁਰਬਾਣੀ ਦਾ ਅਦਬ ਕਰੇਗਾ ਉਹਦੀ ਮੁਕਤੀ ਹੋਵੇਗੀ, ਉਹਦਾ ਕਲਿਆਣ ਹੋਵੇਗਾ। ਗੁਰਬਾਣੀ ਕੋ ਭੈ ਹਮ ਧਰ ਕੈ। ਸਤਿਗੁਰੂ ਕਹਿੰਦੇ ਅਸੀਂ ਗੁਰਬਾਣੀ ਦਾ ਭੈ ਰੱਖ ਕੇ ਮਨ ਵਿੱਚ ਇਹ ਸੋਚਿਆ ਵੀ ਗੁਰੂ ਕੇ ਸਿੱਖ ਬਾਣੀ ਪੜ੍ਹ ਰਹੇ, ਥੱਲੇ ਬਹਿ ਕੇ ਸਾਡੀ ਅੱਖ ਲੱਗੀ ਹੋਈ ਸੀ, ਤੇ ਅਸੀਂ ਗੁਰਬਾਣੀ ਦਾ ਭੈ ਕਰਦਿਆਂ ਹੋਇਆਂ ਤਜਿਓ ਪ੍ਰਿਯੰਕ ਸ਼ੀਗਰਤਾ ਕਰਕੈ। ਤੇ ਛੇਤੀ ਨਾਲ ਪਲੰਘਾ ਛੱਡ ਕੇ ਥੱਲੇ ਆ ਗਏ। ਜੋ ਸਿੱਖ ਹੈ ਗੁਰ ਸ਼ਬਦ ਕਮਾਵੈ। ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰੇ। ਸ਼ਬਦ ਕਮਾਏ ਪਰਮ ਪਦ ਪਾਵੈ। ਉਹ ਸ਼ਬਦ ਦੀ ਕਮਾਈ ਕਰਕੇ ਪਰਮ ਪਦਵੀ ਪਾ ਲੈਂਦਾ, ਮੁਕਤੀ ਪਾ ਲੈਂਦਾ ਹੈ। ਭਗਤ ਪ੍ਰਤੀਤ ਨਹੀਂ ਜਿਸ ਤਨ ਮੈਂ। ਪਰ ਜਿਹਦੇ ਮਨ 'ਚ ਭਗਤੀ ਭਾਵਨਾ ਹੀ ਨਹੀਂ, ਸ਼ਰਧਾ ਹੀ ਨਹੀਂ, ਭਰੋਸਾ ਹੀ ਨਹੀਂ ਗੁਰਬਾਣੀ ਉੱਤੇ, ਤੇ ਗੁਰਬਾਣੀ ਭੈ ਨਹਿ ਮਨ ਮੈਂ। ਜਿਹਦੇ ਅੰਦਰ ਭਗਤੀ ਭਾਵਨਾ ਨਹੀਂ, ਉਹਨੂੰ ਗੁਰਬਾਣੀ ਦਾ ਵੀ ਭੈ ਨਹੀਂ ਹੁੰਦਾ। ਜਿਹੜੇ ਬੰਦੇ ਦੇ ਅੰਦਰ, ਕਈ ਬੰਦਿਆਂ ਦੇ ਨੇਚਰ ਵੱਖਰੇ ਵੱਖਰੇ ਹੁੰਦੇ ਆ ਲੋਕਾਂ ਦੇ। ਸਾਧ ਸੰਗਤ ਜੀ, ਜਿਹੜੇ ਸਾਡੇ ਘਰਾਂ ਵਿੱਚ ਕਲੇਸ਼ ਨੇ, ਗੁਰਦੁਆਰਿਆਂ ਵਿੱਚ ਕਲੇਸ਼ ਨੇ, ਇਹ ਕਿਉਂ ਨੇ? ਕਿਉਂਕਿ ਇਹ ਕਲੇਸ਼ ਤਾਂ ਨੇ ਵੀ ਅਸੀਂ ਗੁਰਬਾਣੀ ਨੂੰ ਨਹੀਂ ਸੁਣਨਾ। ਗੁਰਬਾਣੀ ਦਾ ਅਦਬ ਪਿਆਰ, ਮਨ 'ਚ ਪ੍ਰੇਮ ਨਹੀਂ ਹੈ ਕੋਈ, ਵੀ ਗੁਰਦੁਆਰੇ ਆਈਏ, ਕੋਈ ਕੀਰਤਨ ਸੁਣੀਏ, ਘੰਟਾ 2 ਘੰਟੇ ਕਥਾ ਸੁਣੀਏ, ਕੋਈ ਨਿਤਨੇਮ ਕਰੀਏ, ਇਹ ਨਹੀਂ ਹੈਗਾ। ਇਹਦੇ ਕਰਕੇ ਫਿਰ ਸਾਡੇ ਅੱਜ ਘਰਾਂ ਵਿੱਚ ਵੀ ਕਲੇਸ਼ ਨੇ, ਸਾਡੇ ਸਮਾਜ ਵਿੱਚ ਵੀ ਕਲੇਸ਼ ਨੇ। ਮਹਾਰਾਜ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੈ ਉਹ ਗੁਰਬਾਣੀ ਉੱਤੇ ਪੂਰਨ ਭਰੋਸਾ ਵੀ ਰੱਖੇ, ਗੁਰਬਾਣੀ ਦਾ ਅਦਬ ਸਤਿਕਾਰ ਵੀ ਰੱਖੇ। ਬਿਨ ਭੈ ਭਗਤ ਨਾ ਪ੍ਰਾਪਤ ਹੋਏ। ਬਿਨਾਂ ਭੈ ਦੇ ਭਗਤੀ ਨਹੀਂ ਹੁੰਦੀ। ਆਖੋ ਸ੍ਰੀ ਵਾਹਿਗੁਰੂ। ਜੇ ਡਰ ਹੀ ਕੋਈ ਨਹੀਂ, ਪਿਓ ਦਾ ਡਰ ਨਹੀਂ, ਮਾਂ ਦਾ ਡਰ ਨਹੀਂ, ਗੁਰੂ ਦਾ ਡਰ ਨਹੀਂ, ਉਸਤਾਦ ਦਾ ਡਰ ਨਹੀਂ, ਫਿਰ ਭਗਤੀ ਕਿੱਥੋਂ ਹੋਣੀ? ਪਹਿਲਾਂ ਡਰ ਜ਼ਰੂਰੀ ਹੈ। ਜੇ ਸਾਨੂੰ ਆਪਣੇ ਗੁਰੂ ਦਾ ਡਰ ਹੀ ਕੋਈ ਨਹੀਂ ਤੇ ਫਿਰ ਸਾਡੇ ਅੰਦਰ ਭਗਤੀ ਪੈਦਾ ਨਹੀਂ ਹੋਣੀ। ਬਿਨ ਭੈ ਭਗਤ ਨਾ ਪ੍ਰਾਪਤ ਹੋਏ। ਬਿਨਾਂ ਭੈ ਦੇ ਭਗਤੀ ਪ੍ਰਾਪਤ ਨਹੀਂ ਹੁੰਦੀ। ਭਗਤ ਬਿਨਾ ਨਹਿ ਗਿਆਨ ਅਵਲੋਏ। ਤੇ ਭਗਤੀ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਪਹਿਲਾਂ ਭੈ ਜ਼ਰੂਰੀ ਹੈ, ਗੁਰੂ ਦਾ ਡਰ ਜ਼ਰੂਰੀ ਹੈ, ਸਤਿਕਾਰ ਅਦਬ ਜ਼ਰੂਰੀ ਹੈ। ਕਈ ਲੋਕ ਸ਼ੰਕੇ ਕਰਦੇ ਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇੰਨੇ ਮਹਿੰਗੇ ਮਹਿੰਗੇ ਰੁਮਾਲੇ ਲਾਉਂਦੇ ਹੋ, ਚੰਦੋਏ ਲਾਉਂਦੇ ਹੋ, ਚੌਰ ਕਰਦੇ ਹੋ, ਤੁਸੀਂ ਗੁਰੂ ਸਾਹਿਬ ਦੀਆਂ ਪਰਿਕਰਮਾ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਕਿਉਂ ਟੇਕਦੇ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸੀਸ 'ਤੇ ਕਿਉਂ ਰੱਖਦੇ ਹੋ? ਇੱਦਾਂ ਦੀਆਂ ਊਟ ਪਟਾਂਗ ਗੱਲਾਂ ਜਿਹੜੀਆਂ ਨਾਸਤਕ ਲੋਕ ਕਰਦੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਤਾਂ ਸ਼ੁਰੂਆਤ ਹੈ, ਪਹਿਲੀ ਪੌੜੀ ਹੈ ਇਹ ਭਗਤੀ।
ਭੈ ਤੋਂ ਭਗਤੀ ਤੇ ਭਗਤੀ ਤੋਂ ਗਿਆਨ ਪੈਦਾ ਹੁੰਦਾ ਹੈ। ਗਿਆਨ ਬਿਨਾ ਮੁਕਤੀ ਕਿਮ ਪਾਏ। ਤੇ ਗਿਆਨ ਤੋਂ ਬਿਨਾ ਮੁਕਤੀ ਕਿਵੇਂ ਪਾਏਗਾ? ਭੈ ਤੋਂ ਬਿਨਾ ਭਗਤੀ ਨਹੀਂ, ਭਗਤੀ ਤੋਂ ਬਿਨਾ ਗਿਆਨ ਨਹੀਂ, ਗਿਆਨ ਤੋਂ ਬਿਨਾ ਮੁਕਤੀ ਨਹੀਂ। ਇਹ ਜਿਵੇਂ ਇੱਕ ਸੰਗਲ ਹੁੰਦਾ ਨਾ, ਪਹਿਲਾ ਘੋੜਾ ਹੁੰਦਾ, ਫਿਰ ਦੂਜਾ, ਫਿਰ ਤੀਜਾ, ਅੱਗੇ ਅੱਗੇ ਲੜੀ ਚਲੀ ਜਾਂਦੀ। ਜੇ ਪਹਿਲਾ ਹੀ ਨਾ ਹੋਵੇ ਦੂਜਾ ਕਿਵੇਂ ਹੋਏਗਾ? ਅਸੀਂ ਘਰੋਂ ਨਿਕਲਾਂਗੇ, ਪਹਿਲਾ ਕਦਮ ਪੁੱਟਾਂਗੇ, ਫਿਰ ਦੂਜਾ ਪੁੱਟਾਂਗੇ। ਇਹ ਤਾਂ ਹੋ ਨਹੀਂ ਸਕਦਾ ਵੀ ਪਹਿਲਾਂ ਪੁੱਟ ਰਹੀਏ ਨਾ ਦੂਜਾ ਕਦਮ ਪੁੱਟ ਲਈਏ। ਕੋਈ ਵੀ ਕੰਮ ਹੈ, ਕੋਈ ਬੱਚਾ ਸਕੂਲ ਜਾਏਗਾ, ਪਹਿਲਾਂ ABC ਸਿੱਖੇਗਾ, ਫਿਰ ਅੱਗੇ 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 ਪੜ੍ਹਾਈ ਕਰਦਾ 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 ਉਹ ਕਿੱਥੇ ਦੇ ਕਿੱਥੇ ਡਾਕਟਰੇਟ ਅਤੇ ਇੰਜੀਨੀਅਰ ਅਤੇ ਵਕੀਲ ਅਤੇ ਜੱਜ ਅਤੇ ਬਿਜ਼ਨਸਮੈਨ ਅਤੇ ਪੜ੍ਹਿਆ ਲਿਖਿਆ ਵਿਦਵਾਨ, ਰਾਗੀ, ਢਾਡੀ, ਗੁਣੀ, ਗਿਆਨੀ, ਕਥਾਵਾਚਕ ਬਣੇਗਾ। ਅਤੇ ਜੇ ਉਹਨੇ ਪਹਿਲਾਂ ਊੜਾ ਸਿੱਖਿਆ ਹੀ ਨਹੀਂ, ਅੱਗੇ ਕਿਵੇਂ ਜਾਏਗਾ? ਸੋ ਪਹਿਲਾਂ ਭਾਈ ਗੁਰੂ ਦਾ ਭੈ ਅਦਬ ਹੈ, ਫਿਰ ਭਗਤੀ ਹੈ, ਭਗਤੀ ਤੋਂ ਬਾਅਦ ਫਿਰ ਅਗਲੀ ਸਟੇਜ ਬ੍ਰਹਮ ਗਿਆਨ ਦੀ ਹੈ, ਅਤੇ ਬ੍ਰਹਮ ਗਿਆਨੀ ਮੁਕਤ ਹੈ। ਅਤੇ ਜੇ ਉਹਨੇ ਗੁਰੂ ਦਾ ਭੈ ਹੀ ਨਹੀਂ ਰੱਖਿਆ, ਜੇ ਗੁਰੂ ਦਾ ਭੈ ਹੀ ਨਹੀਂ ਰੱਖਿਆ, ਉਹਦੇ ਅੰਦਰ ਭਗਤੀ ਪੈਦਾ ਹੀ ਨਹੀਂ ਹੋਣੀ। ਜੇ ਭਗਤੀ ਨਹੀਂ ਪੈਦਾ ਹੋਣੀ, ਉਹਨੂੰ ਗਿਆਨ ਨਹੀਂ ਹੋਣਾ। ਜਿਹਨੂੰ ਗਿਆਨ ਨਹੀਂ ਹੋਣਾ, ਉਹਦੀ ਮੁਕਤੀ ਨਹੀਂ ਹੋਣੀ। ਹਾਂਜੀ, ਮੁਕਤ ਬਿਨਾ ਨਾ ਆਨੰਦ ਸਮਾਏ। ਤੇ ਬਿਨਾਂ ਮੁਕਤੀ ਦੇ ਆਨੰਦ ਵਿੱਚ, ਬ੍ਰਹਮ ਵਿੱਚ ਸਮਾਈ ਨਹੀਂ ਹੁੰਦੀ। ਚਿੰਤਾ, ਫਿਕਰ, ਡਰ, ਟੈਨਸ਼ਨਾਂ, ਪਰੇਸ਼ਾਨੀਆਂ, ਜੰਮਣਾ, ਮਰਨਾ, ਇੱਕ ਜੂਨੀ 'ਚੋਂ ਨਿਕਲਣਾ, ਦੂਜੀ 'ਚ, ਦੂਜੀ 'ਚੋਂ ਤੀਜੀ 'ਚ, ਗਾਂ ਦੀ ਗਾਂ ਗੇੜੇ 'ਚ ਪਿਆ ਹੀ ਰਹਿਣਾ। ਇੱਕ ਜੂਨ ਥੋੜ੍ਹਾ, ਇਹੋ ਜਿਹੀਆਂ ਜੂਨਾਂ ਨੇ ਜਿਹੜੀਆਂ ਲੱਖਾਂ ਸਾਲ ਰਹਿੰਦੀਆਂ। ਆ ਪੱਥਰ ਦੀ ਜੂਨ ਹੈ, ਇਹ ਕਈ ਲੱਖਾਂ ਸਾਲ ਰਹਿੰਦੀ ਹੈ। ਹਜ਼ਾਰਾਂ ਸਾਲ, ਲੱਖਾਂ ਸਾਲ ਪੱਥਰ ਇੱਕੋ ਥਾਂ ਹੀ ਪਿਆ ਰਹਿੰਦਾ। ਜੂਨ ਹੀ ਆਓ। ਇੱਦਾਂ ਦੀਆਂ ਟੇਢੀਆਂ ਮੇਢੀਆਂ ਜੂਨਾਂ ਨੇ, ਸੱਪਾਂ ਦੀਆਂ, ਸ਼ੇਰਾਂ ਦੀਆਂ, ਬਘਿਆੜਾਂ ਦੀਆਂ, ਕੁੱਤਿਆਂ ਬਿੱਲਿਆਂ ਦੀਆਂ, ਮੱਛੀਆਂ ਦੀਆਂ, ਸੱਪਾਂ ਦੀ, ਬਹੁਤ ਕੁਛ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਪਿਆ ਰਹੋ। ਇਸ ਕਰਕੇ ਜੇ ਤੂੰ ਨਿਕਲਣਾ ਚਾਹੁੰਦਾ ਹੈ, ਇਸੇ ਜਨਮ 'ਚ ਨਿਕਲਿਆ ਜਾਣਾ। ਮਨੁੱਖਾ ਜਨਮ ਤੋਂ ਬਿਨਾਂ ਹੋਰ ਤਾਂ ਕੋਈ ਸਾਧਨ ਨਹੀਂ। ਬਾਕੀ ਜੂਨਾਂ 'ਚ ਕਿਹੜਾ ਕਥਾ ਕੀਰਤਨ ਕੋਈ ਸੁਣ ਲਏਗਾ, ਕਿਹੜਾ ਬ੍ਰਹਮ ਗਿਆਨ ਲੈ ਲਏਗਾ? ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਬਿਨਾਂ ਭੈ ਦੇ ਭਗਤੀ ਨਹੀਂ, ਔਰ ਭਗਤੀ ਤੋਂ ਬਿਨਾਂ ਗਿਆਨ ਨਹੀਂ, ਅਤੇ ਗਿਆਨ ਤੋਂ ਬਿਨਾਂ ਮੁਕਤੀ ਨਹੀਂ, ਮੁਕਤੀ ਤੋਂ ਬਿਨਾਂ ਆਨੰਦ ਨਹੀਂ। ਆਨੰਦ ਮੀਨ ਸੁੱਖ, ਆਨੰਦ ਉਹ ਜਿਹਦੇ ਵਿੱਚ ਕੋਈ ਟੈਨਸ਼ਨ ਹੋਣੀ ਨਹੀਂ ਦੁਬਾਰਾ। ਫਿਰ ਬਹੁਰ ਆਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁਝ ਸਮਾਵੇਂਗੇ, ਬਹੁਰ ਹਮ ਕਾਹੇ ਆਵੇਂਗੇ। ਫਿਰ ਅਸੀਂ ਕੀ ਲੈਣ ਆਉਣਾ ਦੁਨੀਆ 'ਤੇ? ਹਾਂ, ਕਾਰਨ ਕਾਰਜ ਸ਼੍ਰਿੰਖਲ ਇਹੀ। ਕਾਰਨ ਤੋਂ ਕਾਰਜ ਦੀ ਉਤਪਤੀ ਹੁੰਦੀ ਹੈ। ਪਹਿਲਾਂ ਕਾਰਨ ਹੁੰਦਾ, ਫਿਰ ਕਾਰਜ ਹੁੰਦਾ। ਪਹਿਲਾਂ ਬੀਜ ਹੁੰਦਾ, ਫਿਰ ਬ੍ਰਿਕਸ਼ ਹੁੰਦਾ, ਬੂਟਾ ਹੁੰਦਾ, ਦਰਖਤ ਹੁੰਦਾ। ਜੇ ਬੀਜ ਨਾ ਹੋਵੇ, ਦਰਖਤ ਕਿੱਥੋਂ ਹੋਵੇਗਾ? ਬੀਜ ਕਾਰਨ ਹੈ, ਦਰਖਤ ਉਹਦਾ ਫਲ ਹੈ, ਉਹਦਾ ਸਮਝੋ ਕਾਰਜ ਹੈ। ਪਿਓ ਕਾਰਨ ਹੈ, ਪੁੱਤਰ ਕਾਰਜ ਹੈ। ਪਿਓ ਹੋਵੇਗਾ ਤੇ ਪੁੱਤਰ ਹੋਏਗਾ, ਅਤੇ ਜੇ ਪਿਓ ਹੀ ਕੋਈ ਨਹੀਂ, ਮਾਂ ਹੀ ਕੋਈ ਨਹੀਂ, ਅਗਲੀ ਜਨਰੇਸ਼ਨ ਕਿੱਥੋਂ ਜੰਮੇਗੀ? ਯਾਨੀ ਜੇ ਭੈ ਹੀ ਨਹੀਂ, ਫਿਰ ਭਗਤੀ ਦਾ ਪੁੱਤਰ ਨਹੀਂ ਜੰਮੇਗਾ। ਭਗਤੀ ਨਾ ਹੋਇਆ ਤੇ ਗਾਂ ਫਿਰ ਗਿਆਨ ਨਹੀਂ ਹੋਵੇਗਾ। ਜੇ ਗਿਆਨ ਨਾ ਹੋਇਆ ਤੇ ਮੁਕਤੀ ਨਹੀਂ ਹੋਏਗੀ। ਜੇ ਮੁਕਤੀ ਨਹੀਂ ਹੋਏਗੀ ਤੇ ਆਨੰਦ ਕਿੱਥੋਂ ਹੋਏਗਾ? ਆਖੋ ਸ੍ਰੀ ਵਾਹਿਗੁਰੂ। ਇਸ ਕਰਕੇ ਸਾਹਿਬ ਜੀ ਕਹਿੰਦੇ ਵੀ ਜਿਵੇਂ ਇੱਕ ਸੰਗਲ ਬਣਿਆ ਹੁੰਦਾ ਨਾ, ਸੰਗਲ ਬਣਿਆ ਹੁੰਦਾ, ਕੋਈ ਜੰਜੀਰ ਬਣੀ ਹੁੰਦੀ, ਉਹਦੇ ਵਿੱਚ ਇੱਕ ਘੁਰਾ, ਫਿਰ ਦੂਜਾ, ਫਿਰ ਤੀਜਾ, ਫਿਰ ਗਾਂ ਦੀ ਗਾਂ ਘੁੰਡੀਆਂ ਬਣੀਆਂ ਹੁੰਦੀਆਂ। ਅਤੇ ਇੱਦਾਂ ਹੀ ਇਹ ਇੱਕ ਲੜੀ ਬਣੀ ਹੋਈ ਹੈ, ਇੱਕ ਚੇਨ ਬਣੀ ਹੋਈ ਹੈ। ਚੇਨ ਬਣੀ ਹੋਈ ਹੈ ਵੀ ਇੱਕ ਪਹਿਲੀ ਗੱਲ ਹੈ ਭੈ, ਦੂਜੀ ਹੈ ਭਗਤੀ, ਤੀਜਾ ਹੈ ਗਿਆਨ, ਚੌਥੀ ਹੈ ਮੁਕਤੀ, ਪੰਜਵਾਂ ਆਨੰਦ ਹੈ। ਹਾਂਜੀ, ਗੁਰਬਾਣੀ ਭੈ ਤੇ ਸੁਖ ਲੇਹੀ। ਪਰ ਇਹ ਲੜੀ ਤਾਂ ਬਣਨੀ, ਗੁਰੂ ਦਾ ਅਦਬ ਹੋਏਗਾ ਗੁਰਬਾਣੀ ਦਾ। ਗੁਰਬਾਣੀ ਤੇ ਤੁਹਾਡੀ ਸ਼ਰਧਾ ਕੋਈ ਨਹੀਂ, ਗੁਰਬਾਣੀ ਤੇ ਤੁਹਾਡਾ ਸਤਿਕਾਰ ਕੋਈ ਨਹੀਂ, ਗੁਰਬਾਣੀ ਨਾਲ ਤੁਹਾਡਾ ਪਿਆਰ ਕੋਈ ਨਹੀਂ, ਅਤੇ ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ। ਲੋੜਦਿਆਂ ਵੀ ਖਾਈਏ ਅਤੇ ਅਸੀਂ ਦਾਖਾਂ, ਬਿਜੋਰੀਆਂ, ਮਨੱਕੇ, ਬਦਾਮ, ਕਾਜੂ, ਅਤੇ ਬੀਜਦੇ ਹਾਂ ਕਿੱਕਰ। ਕੰਡੇ ਤਾਂ ਜ਼ਰੂਰ ਲੱਗਣਗੇ, ਹੋਰ ਕੁਛ ਨਹੀਂ ਨਿਕਲਣਾ ਉਹ 'ਚੋਂ। ਹਾਂਜੀ, ਬਿਨ ਭੈ ਭਗਤ ਨਾ ਜਗਤ ਤਰਾਵੈ। ਬਿਨਾਂ ਭੈ ਦੇ
ਜਗਤ ਤਰਦਾ ਹੀ ਨਹੀਂ। ਭਗਤੀ ਤੋਂ ਬਿਨਾਂ, ਭੈ ਤੋਂ ਬਿਨਾਂ ਜਗਤ ਦਾ ਉਧਾਰ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਹੈ, ਬਾਣੀ ਦੇ ਵਿੱਚ ਵੀ ਬਚਨ ਆਉਂਦੇ ਨੇ ਬਾਰ-ਬਾਰ, ਬਿਨ ਭੈ ਦੇ, ਬਿਨਾਂ ਭਗਤੀ ਦੇ ਭਾਈ ਤੁਹਾਡਾ ਬੇੜਾ ਬੰਨੇ ਨਹੀਂ ਲੱਗਣਾ, ਵਿੱਚੇ ਰਹੋਗੇ। ਇਸ ਕਰਕੇ ਭੈ, ਬਾਣੀ ਦਾ ਅਦਬ ਸਤਿਕਾਰ, ਗੁਰੂ ਦਾ ਸਤਿਕਾਰ, ਗੁਰੂ ਦੇ ਇਤਿਹਾਸਕ ਸਥਾਨਾਂ ਦਾ ਸਤਿਕਾਰ, ਗੁਰੂ ਦੇ ਸਰੋਵਰਾਂ ਦਾ, ਗੁਰੂ ਦੇ ਨਿਸ਼ਾਨਾਂ ਦਾ, ਗੁਰੂ ਦੇ ਦਲਾਂ ਪੰਥਾਂ ਦਾ, ਗੁਰੂ ਦੀਆਂ ਸੰਪਰਦਾਵਾਂ ਦਾ, ਗੁਰੂ ਦੇ ਜਿੰਨੇ ਵੀ ਗੁਰੂ ਦਾ ਜੋ ਵੀ ਵੱਡਾ ਤੋਂ ਵੱਡਾ ਪਸਾਰਾ ਹੈ ਨਾ ਗੁਰੂ ਪੰਥ ਦਾ, ਉਹਦਾ ਸਾਰਿਆਂ ਦਾ ਸਤਿਕਾਰ। ਆਖੋ ਸ੍ਰੀ ਵਾਹਿਗੁਰੂ। ਜਿੱਥੇ ਵੀ ਮਾੜੀ ਜੀ ਮੈਂ ਤੂੰ ਆ ਗਈ ਗਿਆ, ਕੱਖ ਨਹੀਂ ਪ੍ਰਾਪਤ ਹੋਣਾ। ਹਾਂ, ਦੁਨਿਆਵੀ ਤੌਰ 'ਤੇ ਜਿੰਨਾ ਮਰਜ਼ੀ ਭਟਕੀ ਜਾਓ, ਉਹ ਦੁਨਿਆਵੀ ਤੌਰ 'ਤੇ ਕੋਈ ਬੜਾ ਵੱਡਾ ਖੱਬੀ ਖਾਨ ਬਣਿਆ ਫਿਰੇ, ਆਪਣੇ ਘਰ ਹੋਵੇਗਾ। ਸਿੱਖੀ ਦੇ ਮਾਰਗ 'ਚ ਜ਼ੀਰੋ, ਗੁਰਮਤ 'ਚ ਕੱਖ ਵੀ ਨਹੀਂ। ਜੇ ਆਪਣੇ ਘਰ ਕੋਈ ਬੜਾ ਵੱਡਾ ਗਿਆਨੀ ਧਿਆਨੀ ਬਣਿਆ ਫਿਰੇ ਤੇ ਮਹਾਰਾਜ ਦੇ ਸਰੋਵਰਾਂ ਨੂੰ, ਬੌਲੀਆਂ ਨੂੰ, ਦਲਾਂ ਪੰਥਾਂ ਨੂੰ, ਸੰਪਰਦਾਵਾਂ ਨੂੰ, ਨਿਸ਼ਾਨਾਂ ਨੂੰ, ਗੁਰੂ ਦੇ ਨਗਾਰਿਆਂ ਨੂੰ, ਗੁਰੂ ਦੇ ਇਤਿਹਾਸਕ ਗ੍ਰੰਥਾਂ ਨੂੰ, ਗੁਰਬਾਣੀ ਨੂੰ, ਕਿਸੇ ਚੀਜ਼ ਨੂੰ ਵੀ ਸ਼ੰਕਾ ਕਰੇ, ਲੋਕਾਂ ਦੀ ਸ਼ਰਧਾ ਤੋੜੇ, ਮਹਾਰਾਜ ਕਹਿੰਦੇ ਮੁਕਤ ਨਹੀਂ ਹੋ ਸਕਦਾ, ਜਨਮ ਮਰਨ ਦੇ ਚੱਕਰ 'ਚ ਪਿਆ ਰਹੇਗਾ। ਹਾਂਜੀ। ਤੀਰਥ ਬ੍ਰਤ ਜਗ ਜੋਗ ਕਮਾਵੈ। ਕਹਿੰਦੇ ਕੋਈ ਤੀਰਥਾਂ ਦੀ ਯਾਤਰਾ ਕਰੇ, ਕੋਈ ਵਰਤ ਰੱਖੇ, ਕੋਈ ਤਪ ਕਰੇ, ਕੋਈ ਜਪ ਕਰੇ, ਕੋਈ ਜੋਗ ਕਮਾਵੇ। ਜੋ ਗੁਰ ਭਗਤ ਸੋ ਸਿੱਖ ਹੈ ਮੇਰਾ। ਕਹਿੰਦੇ ਜੇ ਬਾਣੀ ਦਾ ਅਦਬ ਨਹੀਂ ਕਰਦਾ, ਉਹ ਵੀ ਖਾਲੀ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਅੰਦਰਲੀ ਗੱਲ ਤਾਂ ਬਣੀ ਨਹੀਂ, ਬਾਰ-ਬਾਰ ਕਰੀ ਗਿਆ ਲੋਕਾਂ ਨੂੰ ਵਿਖਾਉਣ ਲਈ। ਬਾਹਰ ਵਿਖਾਵਾ ਕਰਨ ਨਾਲ ਥੋੜ੍ਹਾ ਹੋਣਾ। ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਂ। ਤੁਸੀਂ ਕੋਈ ਵੀ ਬੀਜ ਬੀਜੋਗੇ, ਉਹ ਜ਼ਮੀਨ ਦੇ ਅੰਦਰ ਬੀਜੋਗੇ ਕਿ ਉੱਪਰ ਬੀਜੋਗੇ? ਬੀਜ ਉੱਪਰ ਪਾ ਦਿਓਗੇ ਤਾਂ ਕਾਂ ਕੂੰ ਚੁਗ ਜਾਂਦੇ, ਘੂਗੀਆਂ ਚੁਗ ਜਾਂਦੀ। ਅੰਦਰ ਮਿੱਟੀ ਉੱਤੇ ਥੋੜ੍ਹੀ ਮਿੱਟੀ ਪਾ ਦਿਓ, ਮਿੱਟੀ ਦੇ ਥੱਲੇ ਬੀਜ ਰੱਖੋ ਅਤੇ ਉਹਦਾ ਬੂਟਾ ਉੱਗੇਗਾ, ਦਰਖਤ ਹੋਵੇਗਾ, ਉਹਦੀ ਛਾਂ ਹੋਵੇਗੀ, ਉਹਦੇ ਫਲ ਹੋਣਗੇ, ਉਹਦੇ ਫੁੱਲ ਹੋਣਗੇ, ਉਹਦੀ ਕਿੰਨੇ ਸਹੂਲਤਾਂ, ਕਿੰਨੀ ਬੈਨੀਫਿਟ ਸਾਨੂੰ ਮਿਲਣਗੇ। ਇਸੇ ਤਰ੍ਹਾਂ ਜਿਹੜੀ ਅੰਦਰ ਗੁਰੂ ਦੀ ਬਾਣੀ ਦਾ ਭੈ ਅਦਬ ਹੋਵੇਗਾ, ਉੱਥੋਂ ਭਗਤੀ ਪੈਦਾ ਹੋਵੇਗੀ। ਜਦੋਂ ਭਗਤੀ ਹੋਵੇਗੀ ਉੱਥੋਂ ਗਿਆਨ ਪੈਦਾ ਹੋਵੇਗਾ। ਗਿਆਨ ਕਿਹੜਾ ਕਿੰਤੂ ਪਰੰਤੂ ਵਾਲਾ ਨਹੀਂ, ਆਹ ਗਿਆਨ ਦੀ ਗੱਲ ਨਹੀਂ। ਅੱਜ ਕੱਲ੍ਹ ਬੜਾ ਗਲਤ ਅਰਥ ਕਰ ਲੈਂਦੇ ਮਿੰਟ ਵਿੱਚ ਹੀ। ਨੌਲੇਜ ਨੂੰ ਗਿਆਨ ਕਹਿੰਦੇ ਆ। ਨੌਲੇਜ ਤਾਂ ਆ ਬਾਹਰ ਮੁਖੀ ਪਦਾਰਥਾਂ ਦੀ ਹੈ, ਸਾਇੰਸ ਦੀ ਹੈ, ਜਿੰਨੀ ਵੀ ਹੈ। ਗਿਆਨ ਅਨੁਭਵ ਹੈ ਆਤਮਾ ਦਾ, ਉਹ ਬਾਣੀ ਤੋਂ ਹੁੰਦਾ। ਫਿਰ ਉਸ ਤੋਂ ਬਾਅਦ ਮੁਕਤੀ ਹੁੰਦੀ ਹੈ, ਅਤੇ ਮੁਕਤੀ ਤੋਂ ਬਾਅਦ ਆਨੰਦ ਹੀ ਹੈ। ਫਿਰ ਉਹ ਕੀ ਕਹਿ ਸਕਦਾ, ਹੁੰਦਾ ਸਾਰਾ ਇੱਕੋ ਵਾਰੀ ਹੈ। ਇਹ ਨਹੀਂ ਵੀ ਸਟੈਪ ਬਾਈ ਸਟੈਪ। ਇਹ ਗੁਰੂ ਕਲਾ ਵਰਤਾਉਂਦਾ, ਪਰ ਜਦੋਂ ਦੱਸਣਾ ਹੁੰਦਾ ਉਦੋਂ ਸਟੈਪ ਬਾਈ ਸਟੈਪ ਹੀ ਦੱਸਿਆ ਜਾਂਦਾ। ਮਹਾਰਾਜ ਕਹਿੰਦੇ ਜੋ ਗੁਰ ਭਗਤ ਸੋ ਸਿੱਖ ਹੈ ਮੇਰਾ। ਜਿਹੜਾ ਗੁਰੂ ਦਾ ਭਗਤ ਹੈ, ਗੁਰੂ ਦੀ ਭਗਤੀ ਕਰਦਾ, ਗੁਰੂ ਉੱਤੇ ਭਰੋਸਾ ਵਿਸ਼ਵਾਸ ਰੱਖਦਾ, ਉਹੀ ਮੇਰਾ ਸਿੱਖ ਹੈ। ਜਿਹੜਾ ਗੁਰੂ 'ਤੇ ਭਰੋਸਾ ਨਹੀਂ ਰੱਖਦਾ, ਗੁਰੂ ਦੀ ਬਾਣੀ 'ਤੇ ਵਿਸ਼ਵਾਸ ਨਹੀਂ ਕਰਦਾ, ਜਿਹਦੇ ਅੰਦਰ ਸ਼ਰਧਾ ਨਹੀਂ ਹੈ, ਉਹ ਗੁਰੂ ਦਾ ਸਿੱਖ ਥੋੜ੍ਹਾ। ਹਾਂਜੀ। ਗੁਰਬਾਣੀ ਭੈ ਤਿਸੈ ਕਨੇਰਾ। ਮਹਾਰਾਜ ਕਹਿੰਦੇ ਜਿਹੜਾ ਮੇਰਾ ਸਿੱਖ ਹੈ, ਗੁਰੂ ਦਾ ਭਗਤ ਹੈ, ਉਹਨੂੰ ਗੁਰਬਾਣੀ ਦਾ ਭੈ ਬਹੁਤ ਜ਼ਿਆਦਾ। ਉਹ ਤਾਂ ਗੁਰਬਾਣੀ ਦੇ ਅੱਗੇ ਸਿਰ ਝੁਕਾਉਂਦਾ। ਪੁਰਾਣੇ ਸਿੰਘ ਜਿਹੜੇ ਸੀ ਨਾ, ਗੁਰਮੁਖੀ ਅੱਖਰਾਂ ਨੂੰ ਥੱਲੇ ਨਹੀਂ ਸੀ ਸੁੱਟਦੇ ਲਿਖ ਕੇ। ਇਹ ਤਾਂ ਹੁਣ ਜਦੋਂ ਅਖਬਾਰਾਂ ਦੀਆਂ ਛਪਣ ਲੱਗੀਆਂ ਨਾ, ਪਿਛਲੇ 100 ਸਾਲਾਂ ਤੋਂ ਪ੍ਰੈਸ ਪ੍ਰਿੰਟ ਮੀਡੀਆ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਜਦੋਂ ਸ਼ੁਰੂ ਹੋਇਆ, ਉਦੋਂ ਫਿਰ ਗੁਰਮੁਖੀ ਅੱਖਰਾਂ ਦਾ ਨਿਰਾਦਰ ਸ਼ੁਰੂ ਹੋ ਗਿਆ। ਪੈਰਾਂ 'ਚ ਸੁੱਟਣਾ, ਲਿਫਾਫੇ ਬਣਾਉਣੇ, ਉੱਤੇ ਦਹੀਂ ਭੱਲੇ ਚਾਟ ਖਾ ਕੇ ਰੋਟੀ ਸੁੱਟ ਦੇਣੇ, ਬੇਅਦਬੀ ਕਰਨੀ। ਉਹਦੇ ਵਿੱਚ ਹੀ ਗੁਰਬਾਣੀ ਦੀਆਂ ਪੰਕਤੀਆਂ ਛਾਪੀਆਂ ਹੁੰਦੀਆਂ। ਅਤੇ ਫਿਰ ਇੱਦਾਂ ਹੌਲੇ ਹੌਲੇ ਫਿਰ ਸਾਰਾ ਹੀ ਅਦਬ ਘਟਦਾ ਗਿਆ ਨਾ। ਹੁਣ ਗੁਰੂ ਸਾਹਿਬ ਜੀ ਨੇ ਆਪਣੇ ਸਰੀਰ 'ਤੇ ਕਸ਼ਟ ਲੈ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿੱਡਾ ਵੱਡਾ ਸੰਸਾਰ ਨੂੰ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਇੱਕ ਨਿਹੰਗ ਸਿੰਘ ਜੀ ਉੱਥੇ ਬੋਲ ਰਹੇ ਸੀ ਦਿੱਲੀ ਬਾਰਡਰ 'ਤੇ। ਉਹ ਕਹਿੰਦੇ ਜੇ ਪੰਜਾਬੀਓ ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਇੰਨਾ ਇਕੱਠ ਕਰ ਲੈਂਦੇ ਨਾ ਕਦੀ, ਅਤੇ ਤੁਹਾਡੀਆਂ ਜ਼ਮੀਨਾਂ ਨੂੰ ਹੱਥ ਨਹੀਂ ਸੀ ਪੈਣਾ। ਸਾਨੂੰ ਗੁਰਬਾਣੀ ਨਾਰਮਲ ਹੀ ਹੈ, ਛਪੀ ਛਪਾਈ ਬੀੜ ਬਾਬੇ ਦੀ ਮਿਲ ਜਾਂਦੀ ਹੈ, ਫਟ ਗਈ ਕੋਈ ਗੱਲ ਨਹੀਂ, ਦੂਜੀ ਲੈ ਆਵਾਂਗੇ। ਪਿੰਡ 'ਚ 10 ਘਰ ਸਿੱਖਾਂ ਦੇ ਹੁੰਦੇ ਆ, 14 ਗੁਰਦੁਆਰੇ ਬਣਾਏ ਹੁੰਦੇ ਆ, ਅਤੇ ਜਿੰਨੇ ਗੁਰਦੁਆਰੇ 'ਚ 8-8, 9-9 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖੇ, ਪੜ੍ਹਨਾ ਕਿਸੇ ਨੇ ਵੀ ਨਹੀਂ।
ਸਤਿਕਾਰ ਕੋਈ ਨਹੀਂ। ਬਾਣੀ ਦਾ ਠੀਕ ਹੈ, ਇੱਕ ਸਿਸਟਮ ਜਿਹਾ ਚਲਾਈ ਜਾਂਦੇ ਹਾਂ ਅਸੀਂ। ਪ੍ਰੇਮ ਵਾਲੀ ਗੱਲ ਕਿਸੇ ਕਿਸੇ ਗੁਰੂ ਕੇ ਪਿਆਰੇ ਵਿੱਚ ਰਹਿ ਗਈ। ਮਹਾਰਾਜ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੈ ਉਹ ਗੁਰਬਾਣੀ ਦਾ ਅਦਬ ਕਰਦਾ, ਗੁਰਬਾਣੀ ਦਾ ਭੈ ਰੱਖਦਾ ਹੈ। ਜਿਨ ਭੈ ਅਦਬ ਨਾ ਬਾਣੀ ਧਾਰਾ, ਜਿਹਨੇ ਬਾਣੀ ਦਾ ਭੈ ਅਦਬ ਨਹੀਂ ਰੱਖਿਆ, ਬਾਣੀ ਦਾ ਸਤਿਕਾਰ ਨਹੀਂ ਕੀਤਾ, ਜਾਣੋ ਸੋ ਸਿੱਖ ਨਹੀਂ ਹਮਾਰਾ, ਜਾਣ ਲਓ ਵੀ ਉਹ ਸਾਡਾ ਸਿੱਖ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਜਿਹਨੇ ਬਾਣੀ ਦਾ ਅਦਬ ਨਹੀਂ ਨਾ ਕੀਤਾ, ਗੁਰਬਾਣੀ ਦੇ ਉੱਤੇ ਨਿਸ਼ਚਾ ਨਹੀਂ ਰੱਖਿਆ, ਗੁਰਬਾਣੀ ਦਾ ਸਤਿਕਾਰ ਨਹੀਂ ਕੀਤਾ, ਮਹਾਰਾਜ ਕਹਿੰਦੇ ਸਾਡਾ ਉਹ ਸਿੱਖ ਨਹੀਂ ਹੈ। ਹਿਮ ਸਤਿਗੁਰ ਤੇ ਸੁਨ ਉਪਦੇਸ਼, ਇਸ ਤਰ੍ਹਾਂ ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ। ਲਖਿਓ ਮਹਾਤਮ ਸ਼ਬਦ ਵਿਸ਼ੇਸ਼, ਹੁਣ ਸਿੱਖਾਂ ਨੂੰ ਪਤਾ ਲੱਗਾ ਵੀ ਗੁਰਬਾਣੀ ਦਾ ਕਿੰਨਾ ਮਹਾਤਮ ਹੈ। ਗੁਰਬਾਣੀ ਦਾ ਕੀਰਤਨ ਸੁਣਦੇ ਸਤਿਗੁਰੂ ਜੀ ਸੁੱਤੇ ਉੱਠੇ ਹਨ ਔਰ ਇੱਕਦਮ ਛਾਲ ਮਾਰ ਕੇ ਆਪਣੇ ਗੋਡੇ ਤੇ ਸੱਟ ਲਵਾ ਲਈ ਹੈ। ਆਪਣੇ ਸਰੀਰ ਨਾਲੋਂ ਗੁਰਬਾਣੀ ਦਾ ਅਦਬ ਮੁੱਖ ਰੱਖਿਆ ਹੈ। ਹਾਥ ਜੋਰ ਬੰਦਤ ਕਰ ਬੰਦ, ਸਾਰੇ ਸਿੱਖਾਂ ਨੇ ਚਰਨਾਂ 'ਚ ਮੱਥਾ ਟੇਕਿਆ ਹੱਥ ਜੋੜ ਕੇ। ਸਿਰ ਧਰ ਕਰ ਗੁਰ ਪਦ ਅਰਬਿੰਦ, ਮਹਾਰਾਜ ਦੇ ਪਵਿੱਤਰ ਪਾਵਨ ਚਰਨ ਕਮਲਾਂ 'ਚ ਸੀਸ ਰੱਖ ਕੇ ਨਮਸਕਾਰ ਕੀਤੀ ਗੁਰਦੇਵ ਨੂੰ। ਮਹਾਰਾਜ ਅਸੀਂ ਤਾਂ ਭੁੱਲੇ ਭਟਕੇ ਜੀਵ ਹਾਂ, ਸਾਡੇ ਕੋਲੋਂ ਕੋਈ ਵੀ ਸਾਨੂੰ ਮੱਤ ਨਹੀਂ ਹੈ, ਕੋਈ ਅਦਬ ਨਹੀਂ ਹੋ ਸਕਦਾ। ਆਪ ਜੀ ਸਾਨੂੰ ਮੱਤ ਦਿਓ, ਕਿਉਂਕਿ ਜੇ ਕਿਸੇ ਨੂੰ ਆਪਾਂ ਦੱਸਾਂਗੇ ਤਾਂ ਹੀ ਉਹਨੂੰ ਪਤਾ ਲੱਗਣਾ। ਸਾਧ ਸੰਗਤ ਜੀ, ਜਿਹਨੂੰ ਮਾਂ ਬਾਪ ਦੱਸਦੇ ਨਾ ਬੱਚੇ ਨੂੰ ਵੀ ਪੁੱਤਰ ਆ ਚੱਲ ਗੁਰਦੁਆਰੇ, ਇੱਦਾਂ ਮੱਥਾ ਟੇਕਣਾ, ਇੱਦਾਂ ਮਹਾਰਾਜ ਦੇ ਕੋਲ ਬੈਠਣਾ, ਇੱਦਾਂ ਗੁਰਬਾਣੀ ਸੁਣਨੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਇਸ ਤਰ੍ਹਾਂ ਲੈਣੀ ਹੈ, ਲੰਗਰ 'ਚ ਇਸ ਤਰ੍ਹਾਂ ਬੈਠਣਾ, ਪ੍ਰਸ਼ਾਦਾ ਛਕਣਾ ਅਦਬ ਦੇ ਨਾਲ। ਜਿਹੜੇ ਮਾਪੇ ਦੱਸਦੇ ਆ ਉਹ ਬੱਚੇ ਸਿੱਖ ਜਾਂਦੇ ਆ। ਜਿਹੜਾ ਨਾ ਕੋਈ ਦੱਸੇ, ਉਹ ਮੈਂ ਕਈ ਵਾਰੀ ਦੇਖਿਆ ਇੱਥੇ ਬੱਚੇ ਆਉਂਦੇ ਨੇ ਵਿਆਹ ਕਰਾਉਣ ਆਨੰਦ ਕਾਰਜ ਅਮਰੀਕਾ ਦੇ ਵਿੱਚ, ਅਤੇ ਕਈਆਂ ਨੂੰ ਤਾਂ ਦੇਖਿਆ ਵੀ ਉਹਨਾਂ ਨੂੰ ਮੁੰਡਿਆਂ ਨੂੰ ਕੁੜੀਆਂ ਨੂੰ ਬਹਿਣਾ ਵੀ ਨਹੀਂ ਆਉਂਦਾ ਮਹਾਰਾਜ ਦੀ ਹਜ਼ੂਰੀ 'ਚ। ਉਹ ਵਿਚਾਰੇ ਪਹਿਲੀ ਵਾਰੀ ਫਸੇ ਹੁੰਦੇ ਆ। ਉਹ ਵੀ ਉਹਨਾਂ ਦਾ ਕੰਮ ਨਹੀਂ ਸਰਦਾ, ਘਰ ਦੇ ਕਹਿੰਦੇ ਵੀ ਲਾਵਾਂ ਕਰਾ ਲਓ, ਉਹ ਤਾਂ ਕਹਿੰਦੇ ਅਸੀਂ ਕੋਰਟ ਮੈਰਿਜ ਕਰਾ ਆਏ ਹਾਂ, ਅਸੀਂ ਕੀ ਲੈਣਾ ਬਾਬੇ ਕੋਲੋਂ। ਪਰ ਉਹ ਘਰ ਦੇ ਕਹਿੰਦੇ ਕਰਾਓ, ਅਤੇ ਮਜਬੂਰੀ ਕਾ ਨਾਮ ਸ਼ੁਕਰੀਆ। ਆ ਜਾਂਦੇ ਇੱਥੇ ਬੈਠੇ ਮਹਾਰਾਜ ਦੇ, ਇੱਕ ਗੋਡੇ ਐਂ ਕਰਕੇ ਬੈਠਾ ਹੁੰਦਾ, ਕੋਈ ਐਂ ਕਰਕੇ। ਦੱਸਣਾ ਨਹੀਂ ਕਿਸੇ ਨੇ, ਦੱਸਿਆ ਹੁੰਦਾ ਕਿਸੇ ਨੇ, ਕੋਈ ਵੇਖਿਆ ਹੁੰਦਾ ਤੇ ਤਾਂ ਹੀ ਹੁੰਦਾ ਨਾ। ਇਸ ਕਰਕੇ ਦੱਸਣ ਤੋਂ ਬਿਨਾਂ ਵੀ ਗਿਆਨ ਨਹੀਂ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਅਤੇ ਪ੍ਰਚਾਰਕ ਮੇਰੇ ਵਰਗੇ ਦੱਸਦੇ ਨਹੀਂ, ਉਹ ਕਹਿੰਦੇ ਵੀ ਮੈਂ ਕੀ ਲੈਣਾ, ਐਵੇਂ ਲੋਕਾਂ ਨਾਲ ਸਿਰ ਖਪਾਈ ਕਰਾਂਗਾ, ਇਹ ਜਿਵੇਂ ਰਹਿੰਦੇ ਰਹੀ ਜਾਣ। ਅਸੀਂ ਵੀ ਇੱਦਾਂ ਹੀ ਸੋਚਦੇ ਹਾਂ। ਮੈਂ ਵੀ ਆਪਣੇ ਮਨ ਦੀ ਗੱਲ ਦੱਸਾਂ ਵੀ ਕਿਉਂ ਐਵੇਂ ਸਿਰ ਖਪਾਈ ਜਾਈਏ ਲੋਕਾਂ ਨਾਲ, ਪਰ ਦੱਸਣਾ ਵੀ ਪੈਣਾ ਹੈ। ਨਹੀਂ ਨਾ ਦੱਸਿਆ ਤਾਂ ਇਹ ਸਾਰਾ ਕਲਚਰ ਖਰਾਬ ਹੋ ਜਾਣਾ, ਸਾਰਾ ਕੁਛ ਹੀ ਵਿਗੜ ਜਾਣਾ ਜੇ। ਇਸ ਤਰ੍ਹਾਂ ਦੀ ਅਵਸਥਾ ਗੁਰੂ ਸਾਹਿਬ ਜੀ ਨੇ ਦੱਸਿਆ। ਭਾਈ ਅਸੀਂ ਮੰਜੇ ਤੋਂ ਤਾਂ ਥੱਲੇ ਉਤਰੇ ਹਾਂ, ਅਸੀਂ ਆਪਣੇ ਗੋਡੇ 'ਤੇ ਸੱਟ ਤਾਂ ਲਵਾਈ ਹੈ ਵੀ ਸਾਡੇ ਸਤਿਗੁਰੂ ਦੀ ਬਾਣੀ ਥੱਲੇ ਬਹਿ ਕੇ ਤੁਸੀਂ ਪੜ੍ਹ ਰਹੇ ਸੀ, ਅਸੀਂ ਉੱਤੇ ਬੈਠੇ ਸੀ। ਸਾਡਾ ਸਰੀਰ, ਇਹ ਸਰੀਰ ਦੀ ਇਹ ਵੈਲਿਊ ਨਹੀਂ ਹੈ ਵੀ ਅਸੀਂ ਗੁਰਬਾਣੀ ਤੋਂ ਉੱਚਾ ਕਰ ਲਈਏ। ਇਹ ਨਾਸਮਾਨ ਸਰੀਰ ਹੈ। ਆਖੋ ਸ੍ਰੀ ਵਾਹਿਗੁਰੂ। ਜਿਹੜਾ ਸਾਡਾ ਇਹ ਪੰਜਾਂ ਤੱਤਾਂ ਦਾ ਬਣਿਆ ਸਰੀਰ ਹੈ, ਇਹਨੇ ਤਾਂ ਰਹਿਣਾ ਨਹੀਂ, ਪਰ ਗੁਰਬਾਣੀ ਸਦਾ ਹੀ ਰਹੇਗੀ। ਗੁਰਬਾਣੀ ਜੁਗੋ ਜੁਗੋ ਟਲ ਹੈ, ਇਹਦਾ ਸਤਿਕਾਰ ਜ਼ਰੂਰੀ ਹੈ। ਸ਼੍ਰੀ ਸਤਿਗੁਰੂ ਜੀ ਕਰਨਾ ਕਰੀਆ ਹੈ। ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ ਸਾਡੇ 'ਤੇ ਕਿਰਪਾ ਬਖਸ਼ਿਸ਼ ਰਹਿਮਤ ਕਰੋ। ਸ਼੍ਰੀ ਮੁਖ ਤੇ ਬਰ ਇਹੀ ਉਚਰੀਆ ਹੈ। ਸਤਿਗੁਰੂ ਜੀ ਆਪਣੇ ਪਾਵਨ ਮੁਖਾਰ ਬਿਨ ਤੋਂ ਇਹ ਵਰ ਦਿਓ ਸਾਨੂੰ, ਹੋਏ ਗੁਰਬਾਣੀ ਕੋ ਭੈ ਪ੍ਰਾਪਤ। ਹੇ ਸੱਚੇ ਪਾਤਸ਼ਾਹ, ਹੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ, ਸਾਨੂੰ ਗੁਰਬਾਣੀ ਦਾ ਅਦਬ ਸਤਿਕਾਰ ਕਰਨਾ ਆ ਜਾਵੇ। ਜਿਸ ਤੇ ਮੁਕਤੀ ਕੇ ਦਰ ਜਾਪਤ, ਜਿਸ ਤੋਂ ਮੁਕਤੀ ਦਾ ਦੁਆਰਾ ਖੁੱਲੇ, ਸਾਨੂੰ ਮੁਕਤੀ ਮਿਲੇ। ਅਸੀਂ ਸਾਧ ਸੰਗਤ ਜੀ ਜਿੰਨੇ ਵੀ ਆ ਨਾ, ਆਪਣੀ ਸਾਰਿਆਂ ਦੀ ਇੱਕ ਮਿਸ਼ਨ ਹੈ, ਇੱਕ ਨਿਸ਼ਾਨਾ ਹੈ ਜਿੱਥੇ ਪਹੁੰਚਣਾ ਆਪਾਂ। ਅਸਲ ਵਿੱਚ ਕਿਸੇ ਨੂੰ ਪਤਾ, ਕਿਸੇ ਨੂੰ ਨਹੀਂ ਪਤਾ, ਪਰ ਨਿਸ਼ਾਨਾ ਤਾਂ ਹੁੰਦਾ ਹੀ ਹੈ ਨਾ। ਕੋਈ ਸੁੱਖ ਚਾਹੁੰਦੇ ਆਪਾਂ ਸਾਰੇ, ਕੋਈ ਵੀ ਦੁਖੀ ਨਹੀਂ ਹੋਣਾ ਚਾਹੁੰਦਾ। ਦੁਨੀਆ ਦਾ ਕੋਈ ਵੀ ਬੰਦਾ, ਪਸ਼ੂ ਪੰਛੀ, ਹਿੰਦੂ ਮੁਸਲਮਾਨ, ਕੋਈ ਨਹੀਂ ਦੁਖੀ ਹੋਣਾ ਚਾਹੁੰਦਾ। ਸੁੱਖ ਚਾਹੁੰਦੇ ਹਾਂ,
ਤੇ ਸੁੱਖ ਤਾਂ ਮਿਲੇਗਾ ਜੇ ਸੁੱਖ ਵਾਲੇ ਕੰਮ ਕਰਾਂਗੇ। ਪਹਿਲਾ ਕੰਮ ਹੈ ਗੁਰਬਾਣੀ ਦਾ ਅਦਬ, ਦੂਸਰਾ ਹੈ ਭਗਤੀ ਰਸ, ਉਸ ਤੋਂ ਬਾਅਦ ਬ੍ਰਹਮ ਗਿਆਨ, ਮੁਕਤੀ, ਆਨੰਦ। ਹਾਂਜੀ, ਲੱਗਹਿ ਪ੍ਰੇਮ ਗੁਰ ਸ਼ਬਦ ਮਝਾਰਾ। ਜਿਹੜਾ ਪ੍ਰੇਮ ਨਾਲ ਗੁਰੂ ਦੇ ਸ਼ਬਦ ਵਿੱਚ ਲੱਗ ਜਾਂਦਾ, ਇਸ ਤੇ ਹੋਏ ਹਮਰੋ ਨਿਸਤਾਰਾ। ਉਹਦਾ ਬੇੜਾ ਪਾਰ ਹੋ ਜਾਂਦਾ। ਮਹਾਰਾਜ ਜੀ ਆਪ ਸਾਡੇ ਤੇ ਕਿਰਪਾ ਕਰੋ, ਸਾਨੂੰ ਬਾਣੀ ਦਾ ਅਦਬ ਬਖਸ਼ੋ, ਸਾਡਾ ਬੇੜਾ ਬੰਨੇ ਲੱਗ ਜਾਵੇ। ਬਸ ਹੋ ਹਿਰਦੈ ਮਹਿਮਾ ਇਸ ਕੇਰੀ। ਇਹ ਗੁਰਬਾਣੀ ਦੀ ਮਹਿਮਾ ਸਾਡੇ ਹਿਰਦੇ 'ਚ ਵਸਾ ਦਿਓ ਮਹਾਰਾਜ। ਗੁਰਬਾਣੀ ਉੱਤੇ ਸਾਡਾ ਨਿਸ਼ਚਾ ਅਟੁੱਟ ਹੋਵੇ। ਕਟਹਿ ਬ੍ਰਿੰਦ ਕਰਮਨ ਕੀ ਬੇਰੀ। ਜਿਹੜੀ ਕਰਮਾਂ ਦੀ ਬੇੜੀ ਪਈ ਹੋਈ ਨਾ ਫਾਹੀ ਜੀਵ ਨੂੰ, ਆਪਾਂ ਸਾਰੇ ਕਰਮਾਂ ਦੀ ਫਾਹੀ 'ਚ ਫਸੇ ਹੋਏ ਹਾਂ। ਸਾਰੇ ਇੱਕ ਕਰਮ ਕਰਦੇ ਹਾਂ, ਉਸ ਕਰਮ ਦਾ ਫਲ ਭੋਗਣ ਲਈ ਕਈ ਜਨਮ ਲੈਣੇ ਪੈ ਜਾਂਦੇ। ਗਾਂ ਦੀ ਗਾਂ ਸਿਲਸਿਲਾ ਸ਼ੁਰੂ ਹੋ ਜਾਂਦਾ। ਇਹ ਕਰਮਾਂ ਦੀ ਫਾਹੀ ਜੀਵ ਨੂੰ ਪਈ ਹੋਈ ਹੈ। ਗਹਿਣਾ ਕਰਮਣੋਂ ਗਤੀ, ਕਰਮਾਂ ਦੀ ਗਤੀ ਜਿਹੜੀ ਹੈ ਨਾ ਬੜੀ ਗਹਿਣ ਹੈ, ਬੜੀ ਡੂੰਘੀ ਹੈ। ਹਾਂਜੀ, ਸੁਣ ਪ੍ਰਸੰਨ ਭੇ ਸ੍ਰੀ ਹਰਿ ਰਾਏ। ਸਿੱਖਾਂ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਗੁਰੂ ਹਰਿਰਾਏ ਸਾਹਿਬ ਜੀ ਬੜੇ ਪ੍ਰਸੰਨ ਹੋਏ। ਦੀਨਸ ਬਰ ਬਾਣੀ ਭੈ ਭਾਏ। ਮਹਾਰਾਜ ਨੇ ਵਰ ਦਿੱਤਾ, ਭਾਈ ਗੁਰਮੁਖੋ, ਗੁਰੂ ਨਾਨਕ ਤੁਹਾਡੀ ਭਾਵਨੀ ਪੂਰੀ ਕਰਨਗੇ। ਤੁਹਾਨੂੰ ਗੁਰਬਾਣੀ ਦਾ ਸਤਿਕਾਰ ਅਦਬ ਕਰਨਾ ਆਵੇਗਾ। ਗੁਰ ਉਪਦੇਸ਼ ਜਾਹੇ ਮਨ ਲਾਗਾ। ਜਿਨ੍ਹਾਂ ਦਾ ਮਨ ਗੁਰੂ ਦੇ ਉਪਦੇਸ਼ ਨਾਲ ਲੱਗ ਗਿਆ ਹੈ, ਕੋਟ ਜਨਮ ਕੋ ਸੋਵਤ ਜਾਗਾ। ਉਹ ਕਰੋੜਾਂ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ। ਮਨ ਜਾਗੇ ਕੀ ਇਹੀ ਨਿਸ਼ਾਨੀ। ਉਹਦਾ ਮਨ ਜਾਗਦਾ ਹੈ। ਮਨ ਸੁੱਤਾ ਪਿਆ ਨਾ ਸਾਡਾ, ਉੱਦਾਂ ਦੇ ਅਸੀਂ ਰੋਜ਼ ਉੱਠਦੇ ਹਾਂ, ਰੋਜ਼ ਸੌਂਦੇ ਹਾਂ। ਉਹ ਨਹੀਂ, ਮਨ ਜਾਗੇ। ਕਹਿੰਦੇ ਮਨ ਜਾਗੇਗਾ, ਤੇ ਮਨ ਜਾਗੇ ਦੀ ਨਿਸ਼ਾਨੀ ਕੀ ਹੈ? ਕਿਉਂਕਿ ਹਰ ਚੀਜ਼ ਦੀ ਕੋਈ ਨਾ ਕੋਈ ਨਿਸ਼ਾਨੀ ਹੁੰਦੀ ਹੈ। ਜਾਗੇ ਬੰਦੇ ਦੀ ਨਿਸ਼ਾਨੀ ਹੈ ਵੀ ਉਹਨੂੰ ਅੱਖਾਂ ਤੋਂ ਦਿਸਦਾ, ਕੰਨਾਂ ਤੋਂ ਸੁਣਦਾ, ਉਹਦੇ ਹੱਥ ਪੈਰ ਹਰਕਤ ਕਰਨ ਲੱਗ ਜਾਂਦੇ ਨੇ। ਉਹ ਖਾਂਦਾ ਪੀਂਦਾ, ਦੌੜਦਾ ਭੱਜਦਾ, ਕੰਮ ਕਾਰ 'ਤੇ ਜਾਂਦਾ ਆਉਂਦਾ ਹੈ। ਜਾਗਦਾ, ਸੁੱਤਾ ਤਾਂ ਨਹੀਂ ਨਾ, ਜਾਗਦਾ ਹੀ ਕਰਦਾ। ਕਹਿੰਦੇ ਜਾਗਦੇ ਦੀਆਂ ਨਿਸ਼ਾਨੀਆਂ ਨੇ, ਸੁੱਤੇ ਦੀਆਂ ਵੀ ਨਿਸ਼ਾਨੀਆਂ ਨੇ। ਇੱਦਾਂ ਹੀ ਮਨ ਦੇ ਜਾਗੇ ਦੀਆਂ ਵੀ ਨਿਸ਼ਾਨੀਆਂ ਨੇ। ਮਨ ਦੇ ਜਾਗੇ ਕੀ ਨਿਸ਼ਾਨੀ ਹੈ? ਪ੍ਰਿਯ ਲੱਗ ਹੈ ਔਰ ਸਤਿਗੁਰ ਬਾਣੀ। ਕਹਿੰਦੇ ਮਨ ਜਾਗੇ ਦੀ ਇਹ ਨਿਸ਼ਾਨੀ ਹੈ, ਮਨ ਨੂੰ ਗੁਰਬਾਣੀ ਪਿਆਰੀ ਲੱਗਣ ਲੱਗ ਜਾਂਦੀ ਹੈ। ਜਦੋਂ ਮਨ ਜਾਗਦਾ, ਉਹ ਗੁਰੂ ਦੀ ਗੱਲ ਸੁਣਦਾ, ਉਦੋਂ ਕਥਾ ਚੰਗੀ ਲੱਗਦੀ ਹੈ, ਉਦੋਂ ਕੀਰਤਨ ਚੰਗਾ ਲੱਗਦਾ ਹੈ, ਉਦੋਂ ਨਿਤਨੇਮ ਚੰਗਾ ਲੱਗਦਾ ਹੈ। ਉਹ ਮਨ ਜਾਗਦਾ। ਜਦੋਂ ਮਨ ਸੁੱਤਾ ਹੁੰਦਾ, ਉਦੋਂ ਗੁਰਬਾਣੀ ਚੰਗੀ ਨਹੀਂ ਲੱਗਦੀ। ਉਦੋਂ ਬਾਣੀ, ਜਿਵੇਂ ਸੁੱਤੇ ਬੰਦੇ ਨੂੰ ਬੱਚਾ ਖਿਡੌਣਿਆਂ ਨਾਲ ਵੀ ਖੇਡਦਾ, ਪਰ ਜਦੋਂ ਸੁੱਤਾ ਹੋਵੇ ਉਦੋਂ ਤਾਂ ਨਹੀਂ ਖੇਡਦਾ। ਉਹ ਫਿਰ ਜਦੋਂ ਜਾਗੇਗਾ, ਆਪਣੇ ਘਰ 'ਚ ਵੀ ਕਈ ਚੀਜ਼ਾਂ ਨੇ ਬੜੀਆਂ ਕੀਮਤੀ, ਆਪਾਂ ਸ਼ੌਂਕ ਨਾਲ ਰੱਖੀਆਂ ਹੋਈਆਂ ਨੇ। ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਂਕ ਹੈ, ਕਿਸੇ ਨੂੰ ਗੱਡੀ ਵਧੀਆ ਕਾਰ ਚਲਾਉਣ ਦਾ ਸ਼ੌਂਕ ਹੈ। ਮੰਨ ਲਓ ਉਹਨੇ ਮਹਿੰਗੀ ਕਾਰ ਖਰੀਦੀ ਹੈ $1,00,000 ਦੀ, ਅਤੇ ਉਹ ਜਿਹੜੀ ਇੰਨੀ ਮਹਿੰਗੀ ਗੱਡੀ ਹੈ, ਉਹਦਾ ਸਵਾਦ, ਉਹਦਾ ਆਨੰਦ ਕਦੋਂ ਭੋਗਦਾ? ਜਦੋਂ ਜਾਗਦਾ। ਜਦੋਂ ਨੀਂਦ ਆਉਂਦੀ, ਘਰ ਜਾ ਕੇ ਸੌਂ ਜਾਂਦਾ, ਗੱਡੀ ਗੈਰੇਜ 'ਚ ਖੜ੍ਹੀ ਰਹਿੰਦੀ, ਉਹ ਤਾਂ ਨਹੀਂ ਵਰਤਦਾ। ਉਦੋਂ ਜਾਗੇਗਾ, ਉਹਨੂੰ ਫਿਰ ਪਿਆਰੀ ਲੱਗੇਗੀ, ਚਲੋ ਗੱਡੀ ਦਾ ਝੂਟਾ ਲੈ ਕੇ ਆਈਏ। ਜੋ ਵੀ ਕਿਸੇ ਦਾ ਸ਼ੌਂਕ ਹੈ, ਇੱਦਾਂ ਉਹ ਫਿਰ ਗੁਰਬਾਣੀ ਦਾ ਸ਼ੌਂਕ ਜਾਗੇ ਮਨ ਨੂੰ ਲੱਗਦਾ ਹੈ, ਸੁੱਤੇ ਨੂੰ ਨਹੀਂ। ਜਦੋਂ ਮਨ ਜਾਗਦਾ, ਪ੍ਰਿਆ ਲੱਗਾ ਸਤਿਗੁਰ ਕੀ ਬਾਣੀ, ਉਹ ਬਾਰ-ਬਾਰ ਗੁਰਬਾਣੀ ਪੜ੍ਹਦਾ, ਗੁਰਬਾਣੀ ਸੁਣਦਾ ਹੈ। ਧੰਨ ਸਿੱਖ ਜਿਨ ਕੇ ਉਰ ਭਾਈ। ਮਹਾਰਾਜ ਕਹਿੰਦੇ ਧੰਨ ਉਹ ਸਿੱਖ ਹਨ ਜਿਨ੍ਹਾਂ ਨੂੰ ਗੁਰਬਾਣੀ ਭਾਉਂਦੀ ਹੈ, ਚੰਗੀ ਲੱਗਦੀ ਹੈ। ਸਮ ਸਲਤਾ ਮਨ ਮੀਨ ਬਣਾਈ। ਉਹਨਾਂ ਨੇ ਆਪਣੇ ਮਨ ਨੂੰ ਗੁਰਬਾਣੀ ਦੀ ਨਦੀ ਦੀ ਮੱਛੀ ਬਣਾ ਲਿਆ ਹੈ। ਜਿਵੇਂ ਮੱਛੀ ਪਾਣੀ 'ਚ ਰਹਿੰਦੀ ਹੈ ਨਾ, ਮੱਛੀ ਨੂੰ ਪਾਣੀ ਦੇ ਬਾਹਰ ਕੱਢੋ, ਮਰ ਜਾਏਗੀ ਤੜਫ ਕੇ, ਪਾਣੀ ਤੋਂ ਬਿਨਾਂ ਜੀ ਨਹੀਂ ਸਕਦੀ। ਉਹਨਾਂ ਸਿੱਖਾਂ ਦਾ ਮਨ ਗੁਰਬਾਣੀ ਤੋਂ ਬਿਨਾਂ ਜੀ ਨਹੀਂ ਸਕਦਾ। ਹਾਂਜੀ, ਪਰਮ ਸਿੱਖ ਜਿਨ ਕੋ ਮਨ ਕਾਨਨ। ਹਾਂ, ਕਹਿੰਦੇ ਜਿਹੜੇ ਗੁਰੂ ਕੇ ਸਿੱਖ ਪਰਮ ਸਿੱਖ ਮਹਾਨ ਸਿੱਖ ਹਨ। ਵਿੱਚ ਰਹਿ ਨਿਤ ਗੁਰ ਸ਼ਬਦ ਪਛਾਨਨ। ਉਹ ਜੰਗਲ ਦੀ ਤਰ੍ਹਾਂ ਉਹਨਾਂ ਦਾ ਮਨ ਹੈ। ਜਿਵੇਂ ਜੰਗਲ 'ਚ ਬੱਬਰ ਸ਼ੇਰ ਘੁੰਮਦੇ ਨੇ, ਆਖੋ ਸ੍ਰੀ ਵਾਹਿਗੁਰੂ। ਸ਼ੇਰ ਕਿੱਥੇ ਰਹਿੰਦਾ? ਘਰਾਂ 'ਚ ਤਾਂ ਨਹੀਂ ਰਹਿੰਦਾ, ਕੋਠੀ 'ਚ ਨਹੀਂ ਰਹਿੰਦਾ, ਉਹ ਜੰਗਲ 'ਚ ਰਹਿੰਦਾ।
ਆਜ਼ਾਦ ਫਿਰਦਾ। ਕਹਿੰਦੇ ਜਿਨ੍ਹਾਂ ਦੇ ਮਨ ਰੂਪੀ ਜੰਗਲ ਵਿੱਚ ਗੁਰੂ ਦਾ ਸ਼ਬਦ ਰੂਪੀ ਸ਼ੇਰ ਫਿਰਦਾ। ਹਾਂਜੀ। ਤਾਰੋ ਭਰਮ ਭਿਰਿਓ ਨਰ ਡੁੱਲ ਹੈ। ਕਹਿੰਦੇ ਤਾਲਾ ਲੱਗਾ ਹੋਇਆ। ਕਾਹਦਾ ਤਾਲਾ ਲੱਗਾ? ਭਰਮ ਦਾ ਤਾਲਾ ਲੱਗਾ ਹੋਇਆ। ਭਰਮ ਪਿਆ ਹੋਇਆ, ਮੈਂ ਜੀਵ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੈਂ ਮੋਟਾ ਹਾਂ, ਮੈਂ ਪਤਲਾ ਹਾਂ, ਮੈਂ ਗੋਰਾ ਹਾਂ, ਮੈਂ ਕਾਲਾ ਹਾਂ, ਮੈਂ ਲੰਮਾ ਹਾਂ, ਮੈਂ ਮਧਰਾ ਹਾਂ, ਇੱਦਾਂ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਇੱਦਾਂ ਦੇ ਜਿਹੜੇ ਮੈਂ ਜੰਮਦਾ, ਮੈਂ ਮਰਦਾ। ਇਹ ਜਿਹੜੇ ਭਰਮ ਦੇ ਤਾਲੇ ਪਏ ਨੇ, ਇਹ ਗੁਰੂ ਦੀ ਬਾਣੀ ਖੋਲ੍ਹ ਦਿੰਦੀ ਹੈ। ਹਾਂਜੀ। ਗੁਰਬਾਣੀ ਤਾਰੀ ਸੰਗ ਖੋਲ ਹੈ। ਗੁਰਬਾਣੀ ਚਾਬੀ ਹੈ। ਚਾਬੀ ਨਾਲ ਹੀ ਤਾਲਾ ਖੁੱਲ੍ਹੇਗਾ, ਉੱਦਾਂ ਤਾਂ ਨਹੀਂ ਖੁੱਲ੍ਹੇਗਾ। ਭਰਮ ਦਾ ਤਾਲਾ ਉਦੋਂ ਖੁੱਲ੍ਹੇਗਾ ਜਦੋਂ ਗੁਰਬਾਣੀ ਦੀ ਚਾਬੀ ਲੱਭੋਗੇ, ਉੱਦਾਂ ਥੋੜ੍ਹਾ ਤਾਲਾ ਖੁੱਲ੍ਹੇਗਾ। ਤਾਲਾ ਤਾਂ ਗੁਰਬਾਣੀ ਖੋਲ੍ਹੇਗੀ। ਹਾਂਜੀ। ਭਗਤ ਵਿਰਾਗ ਗਿਆਨ ਗੁਣ ਘਨੇ। ਭਗਤੀ ਵੈਰਾਗ ਗਿਆਨ ਆਦਿਕ ਗੁਣ ਘਣੇ ਹੀ ਬਹੁਤ ਹੀ ਇਸ ਗੁਰਬਾਣੀ ਵਿੱਚ ਹਨ। ਪ੍ਰਵਿਸ਼ ਹੈ ਕੋਸ਼ਠ ਸੋ ਤਬ ਚੁਨੇ। ਕਹਿੰਦੇ ਜਦੋਂ ਕੋਈ ਉਹ ਤਾਲਾ ਖੋਲ ਕੇ ਅੰਦਰ ਵੜੇ ਕੋਠੇ ਦੇ ਅੰਦਰ, ਉਹਨੂੰ ਹੀਰੇ ਮੋਤੀ ਲੱਭਣਗੇ। ਖਜ਼ਾਨਾ ਹੈ, ਬਾਹਰ ਤਾਲਾ ਲੱਗਾ ਹੋਇਆ, ਭਰਮ ਦਾ ਤਾਲਾ ਲੱਗਾ ਹੋਇਆ। ਜਦੋਂ ਭਰਮ ਦਾ ਤਾਲਾ ਖੋਲ੍ਹ ਕੇ ਗੁਰਬਾਣੀ ਨਾਲ ਬੰਦਾ ਅੰਤਰਾਤਮੇ ਪ੍ਰਵੇਸ਼ ਕਰੇਗਾ ਤਾਂ ਮੱਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ। ਹੀਰੇ ਮਤ ਲੁਭਾਨ, ਹੀਰੇ ਰਤਨ ਲੁਭਾਨ। ਹੀਰੇ ਲੱਭਣਗੇ, ਰਤਨ ਲੱਭਣਗੇ। ਕਿਹੜੇ? ਸੱਤ ਸੰਤੋਖ ਦਇਆ ਧਰਮ ਸੱਚ ਸੋਚ ਨੇਕੀ ਪਰਉਪਕਾਰ ਤਿਆਗ ਬੈਰਾਗ। ਬੜਾ ਕੁਛ ਲੱਭੇਗਾ ਅੰਦਰੋਂ। ਅੰਦਰ ਤਾਂ ਇੰਨਾ ਖਜ਼ਾਨਾ ਭਰਿਆ ਹੈ, ਮਹਾਰਾਜ ਕਹਿੰਦੇ ਅੰਤੀ ਕੋਈ ਨਹੀਂ, ਅੰਤੀ ਕੋਈ ਨਹੀਂ। ਦੁਨੀਆ ਦੇ ਸਾਰੇ ਹੀਰੇ ਮੋਤੀ ਸੋਨਾ ਚਾਂਦੀ ਜਿਹੜਾ ਬਾਹਰ ਪਿਆ ਨਾ, ਉਹ ਸਾਰਾ ਉਹਨਾਂ ਹੀਰਿਆਂ ਦੇ ਸਾਹਮਣੇ ਜ਼ੀਰੋ ਹੈ, ਮਿੱਟੀ ਹੈ। ਹਾਂਜੀ। ਸਤਿਗੁਰ ਬਾਣੀ ਚੰਦਨ ਬਾਵਨ। ਗੁਰੂ ਦੀ ਬਾਣੀ 52 ਚੰਦਨ ਦੀ ਤਰ੍ਹਾਂ ਹੈ। ਜਿਵੇਂ ਕਿ ਬੌਣਾ ਛੋਟੇ ਕੱਦ ਦਾ ਹੁੰਦਾ ਨਾ, ਚੰਦਨ ਦਾ ਬੂਟਾ ਛੋਟਾ ਹੁੰਦਾ, 52 ਤਾਂ ਕਹਿੰਦੇ, ਬੌਣਾ ਛੋਟਾ। ਪਰ ਚੰਦਨ ਦੀ ਲੱਕੜੀ ਮਹਿੰਗੀ ਬੜੀ ਹੁੰਦੀ ਹੈ, ਉਹਦੀ ਖੂਬੀ ਬੜੀ ਹੁੰਦੀ ਹੈ। ਹਾਂਜੀ। ਮਨ ਦਾਸਨ ਤਰ ਕਰਹਿ ਸੁਖਾਵਨ। ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਬੂਟੇ ਕੋਲ ਜਿਹੜੇ ਦੂਸਰੇ ਬੂਟੇ ਹੁੰਦੇ, ਉਹ ਵੀ ਚੰਦਨ ਵਰਗੀ ਸੁਗੰਧੀ ਦੇਣ ਲੱਗ ਜਾਂਦੇ ਆ। ਉਹਨਾਂ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ। ਤੋ ਇਸੇ ਤਰ੍ਹਾਂ ਜਿਹੜਾ ਗੁਰਬਾਣੀ ਚੰਦਨ ਹੈ, ਜਿਹੜਾ ਗੁਰੂ ਕਾ ਸਿੱਖ ਗੁਰਬਾਣੀ ਰੂਪੀ ਚੰਦਨ ਦੇ ਲਾਗੇ ਆਪਣੇ ਮਨ ਨੂੰ ਕਰੇਗਾ, ਉਹਦੇ ਵਿੱਚੋਂ ਵੀ ਗੁਰਬਾਣੀ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ, ਸੁਗੰਧੀ ਆਉਣ ਲੱਗ ਜਾਂਦੀ ਹੈ। ਜਿਸ ਕੇ ਭਾਗ ਪੂਰਬਲੇ ਜਾਗ ਹੈ। ਜਿਹਦੇ ਪੂਰਬਲੇ ਭਾਗ ਜਾਗ ਪੈਂਦੇ, ਕੋਈ ਪੂਰਬਲੇ ਕਰਮ ਚੰਗੇ ਅੱਗੇ ਆ ਜਾਂਦੇ ਹਨ। ਗੁਰਬਾਣੀ ਤਿਸ ਮਿੱਠੀ ਲੱਗ ਹੈ। ਉਹਨੂੰ ਗੁਰੂ ਕੀ ਬਾਣੀ ਮਿੱਠੀ ਲੱਗਦੀ ਹੈ। ਬਿਨਾ ਭਾਗ ਤੇ ਲਖ ਹੈ ਨਾ ਕੋਈ। ਬਿਨਾ ਭਾਗਾਂ ਦੇ ਨਹੀਂ ਲੱਗਦੀ। ਮਾੜੇ ਕਰਮ ਸਾਡੇ ਸਾਧ ਸੰਗਤ ਜੀ, ਗੁਰਬਾਣੀ ਸਾਨੂੰ ਚੰਗੀ ਨਹੀਂ ਲੱਗਦੀ। ਸੱਚੇ ਪਾਤਸ਼ਾਹ ਸਾਡੇ ਕਰਮਾਂ 'ਚ ਲਿਖ ਦਿਓ, ਤੁਹਾਡੀ ਬਾਣੀ ਸਾਨੂੰ ਇਸੇ ਜਨਮ 'ਚ ਮਿੱਠੀ ਲੱਗਣ ਲੱਗ ਜਾਵੇ ਤੇ ਸਾਡਾ ਬੇੜਾ ਬੰਨੇ ਲੱਗ ਜਾਏ, ਨਹੀਂ ਤਾਂ ਅਸੀਂ 84 'ਚ ਗੇੜੇ ਖਾਈ ਜਾਵਾਂਗੇ। ਕਰ ਦਿਓ ਕਿਰਪਾ। ਹਾਂਜੀ। ਕਿਮ ਕਲ ਵਿਖੈ ਪਾਏ ਗਤ ਸੋਈ। ਸੋ ਮੁਕਤੀ ਕਿਵੇਂ ਪਾਏਗਾ ਕਲਯੁਗ ਦੇ ਵਿੱਚ ਉਹ ਜੀਵ? ਇਮ ਸਤਿਗੁਰ ਦੇ ਉਪਦੇਸ਼। ਇਸ ਤਰ੍ਹਾਂ ਸਤਿਗੁਰੂ ਜੀ ਉਪਦੇਸ਼ ਦੇ ਕੇ ਦਾਸਨ ਕੀ ਸ਼੍ਰੇ ਚਹਿਤ ਵਿਸ਼ੇਸ਼। ਆਪਣੇ ਸਿੱਖਾਂ ਦੀ ਮੁਕਤੀ ਚਾਹੁੰਦੇ ਆ, ਕਲਿਆਣ ਚਾਹੁੰਦੇ ਆ। ਇੱਕ ਦਿਨ ਚੰਚਲ ਚੜੇ ਤੁਰੰਗ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਚੰਚਲ ਘੋੜੇ ਤੇ ਚੜ੍ਹ ਕੇ ਗਏ ਵਹਿਰ ਬਹੁ ਸੰਗਤ ਸੰਗ। ਬਾਹਰ ਗਏ ਹਨ ਸਾਧ ਸੰਗਤ ਜੀ, ਜਿੱਥੇ ਸਿੱਖੀ ਦਾ ਜਹਾਜ਼ ਪਾਟਾ ਹੋਇਆ। ਸਤਿਗੁਰੂ ਜੀ ਦਿਖਾਣਗੇ। ਇਹ ਕਥਾ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।